कदों मैं कह देना भी डल्लेवाल 500 लाख करोड़ रुपया लै गया, ਐਂ ਕਹਿਣ ਨਾਲ ਥੋੜਾ ਹੀ ਹੋ ਜਾਂਦਾ। ਸਾਡੇ ਤਾਂ ਫਿਰ ਉਹਨੂੰ ਵਾਰੇ ਨਾਰੇ ਹੋ ਜਾਣੇ ਸੀ ਇਕੱਲੇ ਇਕੱਲੇ ਬੰਦੇ ਦੇ। ਜਿਹੜੀ ਉਹ ਚਿੱਠੀ ਦਾ ਰਹਿੰਦਾ, ਉਹ ਚਿੱਠੀ 22 ਜਥੇਬੰਦੀਆਂ ਦੇ ਵਿੱਚ ਰੱਖੀ ਸੀ। ਕਿਹਨੇ ਰੱਖੀ ਹੈ, ਕਿਹਨੇ ਰੱਖੀ? ਅਸੀਂ ਤਾਂ ਰੱਖੀ ਨਹੀਂ ਜਥੇਬੰਦੀ ਨੇ। ਫਿਰ 3 ਕਾਨੂੰਨ ਫਿਰ ਸਰਕਾਰ ਨੂੰ ਵਾਪਸ ਕਰਨ ਦੀ ਕੀ ਲੋੜ ਸੀ ਜੇ ਉਹਨੇ ਪੈਸੇ ਹੀ ਦੇਣੇ ਹੁੰਦੇ। ਉਹ ਕਿੱਥੇ ਪਿਆ 3 ਲੱਖ ਕਰੋੜ ਰੁਪਇਆ? ਦੱਸ ਦੇ ਡੱਲੇਵਾਲ। ਜਿਹੜਾ ਡੱਲੇਵਾਲ ਦੇ ਫਰੰਟ 'ਚ ਹੈ ਨਾ ਕੱਕਾ ਸਿੰਘ, ਉਹਦੀ ਬੈਕਗਰਾਉਂਡ RSS ਦੀ ਹੈ। ਡੱਲੇਵਾਲ ਇੱਕ ਸ਼ਬਦ ਦੱਸੇ ਭਾਰਤੀ ਜਨਤਾ ਪਾਰਟੀ ਤੇ RSS ਤੇ ਬੋਲਿਆ ਹੋਵੇ, ਇੱਕ ਹੀ ਉਹ ਨਿੰਦੀ ਕੱਲਾ ਸੰਯੁਕਤ ਮੋਰਚੇ ਨੂੰ ਹੀ ਜਾਂਦਾ। ਡੱਲੇਵਾਲ ਅਸਲ ਵਿੱਚ ਅਸੀਂ ਸਮਝਦੇ ਹਾਂ ਕਿ ਚੱਲਦੇ ਘੋਲ ਦੌਰਾਨ ਵੀ ਇਹ ਪ੍ਰੋਬਲਮਾਂ ਖੜੀਆਂ ਕਰਦਾ ਰਿਹਾ। ਸਾਡੇ ਕੋਲ ਤੱਥ ਹੈ। ਅਸੀਂ ਤਾਂ ਕਿਹਾ ਸੀ ਡੱਲੇਵਾਲ ਨੂੰ ਵੀ ਜੇ ਤੈਨੂੰ ਐਂ ਲੱਗਦਾ ਵੀ ਅਸੀਂ ਇਹ ਦੂਆ ਹਿੱਲਣਾ ਨਹੀਂ, ਰਾਸ਼ਨ ਪਾਣੀ ਸਾਡਾ, ਤੂੰ ਬੈਠ ਫਿਰ ਇਕੱਲਾ। ਇਨਕਲਾਬ ਦਾ ਨਾਅਰੇ ਵਾਸਤੇ ਬਹੁਤ ਵੱਡੀਆਂ ਕੁਰਬਾਨੀਆਂ ਦੇਣੀਆਂ ਪੈਣੀਆਂ। ਇਹ ਤਾਂ ਸੁਪਨਾ ਹੈ ਨਹੀਂ ਨਾ ਭਗਵੰਤ ਮਾਨ ਦਾ, ਨਾ ਪਾਰਟੀ ਦਾ। ਬੇਰੁਜ਼ਗਾਰ ਅੱਜ ਵੀ ਡਾਂਗਾ ਖਾ ਰਹੇ ਨਹੀਂ ਖਾ ਰਹੇ। ਭਗਤ ਸਿੰਘ ਨੇ ਇਕੱਲਾ ਇਨਕਲਾਬ ਨਹੀਂ ਕਿਹਾ ਸੀ। ਭਗਤ ਸਿੰਘ ਨੇ ਜਾਂਦੇ ਨੇ ਇਹ ਵੀ ਕਿਹਾ ਸੀ ਇੱਥੇ ਗੋਰੇ ਉੱਠ ਜਾਣਗੇ, ਕਾਲੇ ਅੰਗਰੇਜ਼ ਆ ਜਾਣਗੇ। ਡੱਲੇਵਾਲ ਸਾਹਿਬ ਕਿਸਾਨ ਅੰਦੋਲਨ ਦੇ ਮੋਹਰੀ ਚਿਹਰਿਆਂ ਦੇ ਵਿੱਚੋਂ ਇੱਕ, ਉਹਨਾਂ ਨੇ 4 ਜਥੇਬੰਦੀਆਂ ਤੇ ਦੋਸ਼ ਲਾਏ ਆ ਕਿ ਇਹਨਾਂ ਨੇ 3000 ਕਰੋੜ ਰੁਪਈਆ ਸਰਕਾਰ ਤੋਂ ਲਿਆ। ਚਿੱਠੀ ਇੱਕ ਉਹ ਦਿਖਾ ਰਹੇ ਆ, ਚਾਹੇ ਸਾਈਨ ਨਹੀਂ ਹੈਗੀ ਉਹਦੇ ਤੇ। ਉਹ ਕਹਿੰਦੇ ਵੀ ਟਿਕਾਉਂਦਾ ਯੂਨੀਅਨ, ਕਾਦੀਆਂ ਯੂਨੀਅਨ, ਰਾਜੇਵਾਲ ਸਾਹਿਬ ਤੇ ਇੱਕ ਹੋਰ ਯੂਨੀਅਨ ਦਾ ਨਾਂ ਲੈ ਰਹੇ। ਉਹ ਕਹਿੰਦੇ ਵੀ ਇਹਨਾਂ ਨੇ 3000 ਕਰੋੜ ਰੁਪਈਆ ਸਰਕਾਰ ਤੋਂ ਲੈ ਲਿਆ, ਮੋਰਚਾ ਵੇਚ ਆਏ। ਵੇਖੋ ਜੀ, ਮੈਂ ਤਾਂ ਉਸੇ ਸਾਰੇ ਮੋਰਚੇ 'ਚ ਰਿਹਾ ਜੀ। ਤੇ ਡੱਲੇਵਾਲ ਦੱਸਦੇ ਸਾਡੇ ਤਾਂ ਫਿਰ ਉਹਨੂੰ ਵਾਰੇ ਨਾਰੇ ਹੋ ਜਾਣੇ ਸੀ ਇਕੱਲੇ ਇਕੱਲੇ ਬੰਦੇ ਦੇ। 3 ਲੱਖ ਕਰੋੜ ਰੁਪਇਆ ਕੋਈ ਥੋੜਾ ਮੋਟਾ ਹੋਣਾ ਹੈ? ਉਹ ਕਿੱਥੇ ਪਿਆ 3 ਲੱਖ ਕਰੋੜ ਰੁਪਇਆ? ਦੱਸ ਦੇ ਡੱਲੇਵਾਲ। ਆ ਗੱਲਾਂ ਨਾਲ ਨੇ, ਗੱਲਾਂ ਨਾਲ ਤਾਂ ਭਾਚ ਕੁਛ ਕਦੋਂ ਮੈਂ ਕਹਿ ਦੇਣਾ ਵੀ ਡੱਲੇਵਾਲ 500 ਲੱਖ ਕਰੋੜ ਰੁਪਇਆ ਲੈ ਗਿਆ, ਐਂ ਕਹਿਣ ਨਾਲ ਥੋੜਾ ਹੀ ਹੋ ਜਾਂਦਾ। ਅਸਲ ਵਿੱਚ ਕੋਈ ਵੇਚਿਆ ਨਹੀਂ। BKU ਡਕਾਉਂਦਾ ਦੀ ਬਕਾਇਦਾ ਤੌਰ ਤੇ ਮਤਲਬ ਪਾਲਿਸੀ ਹੈ ਤੇ ਰਹੀ ਅਖੀਰ ਤੱਕ ਕਿ 3 ਕਾਨੂੰਨ ਰੱਦ ਕਰਾ ਕੇ ਆਉਣਾ। ਜਿਹੜੀ ਉਹ ਚਿੱਠੀ ਦਾ ਰਹਿੰਦਾ, ਉਹ ਚਿੱਠੀ 22 ਜਥੇਬੰਦੀਆਂ ਦੇ ਵਿੱਚ ਰੱਖੀ ਸੀ। ਕਿਹਨੇ ਰੱਖੀ ਹੈ, ਕਿਹਨੇ ਰੱਖੀ? ਅਸੀਂ ਤਾਂ ਰੱਖੀ ਨਹੀਂ ਜਥੇਬੰਦੀ ਨੇ। ਅਸੀਂ ਤਾਂ 17-15 ਦਾ ਇੱਕ ਫੈਸਲਾ ਹੋਇਆ ਸੀ ਇਹਨਾਂ 3 ਗੱਲਾਂ ਤੇ ਵੀ ਇੱਕ ਰੱਦ ਹੋ ਜੇ, ਇੱਕ ਤੇ ਸਟੇਟ ਨੂੰ ਛੱਡ ਦਿਓ, ਇੱਕ ਤੇ ਕਮੇਟੀ ਬਣ ਜੇ। ਤੇ ਉਹ ਉੱਥੇ BKU ਡਕਾਉਂਦਾ ਆੜੀ ਸੀ। BKU ਡਕਾਉਂਦਾ ਨੇ 17-15 ਨੂੰ ਰੱਦ ਕੀਤਾ ਸੀ। ਤੇ ਸਾਨੂੰ ਧਮਕੀ ਵੀ ਮਿਲੀ ਸੀਗੀ 21 ਤਰੀਕ ਦੀ ਮੀਟਿੰਗ ਦੇ ਵਿੱਚ ਪ੍ਰਸ਼ਾਸਨ ਵੱਲੋਂ। ਮੈਂ ਉੱਥੇ ਸੀਗਾ ਮੀਟਿੰਗ ਵੇਲੇ। ਕਹਿੰਦਾ ਡਕਾਉਂਦੇ ਵਾਲਿਆਂ ਨੇ ਪੋਜੀਸ਼ਨ ਗਲਤ ਲਈ ਆ, ਹੁਣ 26 ਨੂੰ ਵੱਡਾ ਕਤਲੇਆਮ ਰਚੂਗਾ, ਇਹ ਤੁਸੀਂ ਜ਼ਿੰਮੇਦਾਰ ਹੈ। ਅਸੀਂ ਸਵਾਲ ਕੀਤਾ ਸੀਗਾ ਤੁਹਾਨੂੰ ਕੀ ਪਤਾ ਲੱਗ ਗਿਆ ਵੀ 26 ਨੂੰ ਕਤਲੇਆਮ ਰਚੂਗਾ? ਕਿਉਂਕਿ ਮਗਰ ਪਾਲਿਸੀ ਸੀ। ਕਿਹੜੀ ਜਥੇਬੰਦੀ ਨੇ ਕਿਹਾ ਸੀ ਵੀ 26 ਨੂੰ ਇਹ ਕੁਝ ਹੋ ਸਕਦਾ? ਪਹਿਲਾਂ ਕਿਹਾ ਸੀ ਇਹ ਜਥੇਬੰਦੀ ਨੇ ਕਿਹਾ, ਪ੍ਰਸ਼ਾਸਨ ਨੇ ਕਿਹਾ ਸੀ। ਪ੍ਰਸ਼ਾਸਨ ਨੇ ਉੱਥੇ ਮਤਲਬ SSP ਸੀ 2 ਇੰਟੈਲੀਜੈਂਸੀ ਦਾ ਇੱਕ SSP ਸੀਗਾ ਹੈ। ਇਹ ਜਥੇਬੰਦੀ BKU ਡਕਾਉਂਦਾ ਨਹੀਂ ਲਿਆ ਸੀ ਉੱਥੇ ਫੈਸਲਾ, ਜਿਹਦੇ ਨਾਲ ਕਾਦੀਆਂ ਵੀ ਖੜਾ ਸੀਗਾ। ਜੇ ਵੇਚਣਾ ਹੁੰਦਾ ਤਾਂ ਪਹਿਲੇ ਪੜਾਅ 'ਚ ਵੇਚ ਦਿੰਦੇ ਅਗਲੇ। ਉਹ ਅਸੀਂ ਤਾਂ ਰੱਦ ਕੀਤਾ। ਉਹ ਇਹ ਬਿਲਕੁਲ ਬੇਬੁਨਿਆਦ ਗੱਲਾਂ ਉਹਦੀਆਂ। 3 ਲੱਖ ਕਰੋੜ 1000 ਕਰੋੜ ਰੁਪਇਆ। ਔਰ ਅਸੀਂ ਮਰਦੇ ਦਮ ਤੱਕ 3 ਕਾਨੂੰਨ ਰੱਦ ਕਰਾਉਣ ਵਾਸਤੇ BKU ਡਕਾਉਂਦਾ ਉੱਥੇ ਅੜੀ ਆ। ਔਰ ਅਸੀਂ ਪਿੱਛੇ ਨਹੀਂ ਹਟੇ। ਸਾਡੀ ਪੋਜੀਸ਼ਨ ਸਪਸ਼ਟ ਸੀ। BKU ਡਕਾਉਂਦਾ ਅਖੀਰ ਤੱਕ ਰਹੀ ਹੈ ਪੋਜੀਸ਼ਨ, ਅਸੀਂ ਨਹੀਂ ਬਦਲੀ ਗਈ। ਉਹ ਕਹਿੰਦੇ ਵੀ MSP ਤੇ ਕਮੇਟੀ ਬਣਾਉਣ ਦੀ ਗੱਲ ਚੱਲਦੀ ਸੀ। ਡਕਾਉਂਦਾ ਵਾਲੇ ਉਦੋਂ ਪਿੱਛੇ ਹਟ ਗਏ ਸੀ। ਕਿਹਾ ਸੀ ਵੀ ਬੈਠੇ ਰਹੋ, ਸਰਕਾਰ ਨੇ MSP ਦੇਣੀ ਨਹੀਂ। ਆਹ ਦੇਖ ਲਓ ਹੁਣ ਕੱਲ ਉਹਨਾਂ ਦਾ ਬਿਆਨ ਹੈ ਕਿ MSP ਸਰਕਾਰ ਨੇ ਨਹੀਂ ਦੇਣੀ, ਇਸੇ ਕਰਕੇ ਕਮੇਟੀ ਬਹੁਤ ਲੇਟ ਬਣਾਈ ਹੈ। ਮੇਰੀ ਗੱਲ ਸੁਣ, ਡੱਲੇਵਾਲ ਦਾ ਤੁਹਾਨੂੰ ਦੱਸ ਦਿੰਦਾ, ਉਹਨਾਂ ਕਾਕਾ ਸਕੱਤਰ ਆ ਉਹਦਾ, ਮੁੱਕਰ ਜੇ ਬਸ਼ੱਕ ਮੁੱਕਰ ਜੇ। ਸਾਡੀ ਮੀਟਿੰਗ ਚੱਲ ਰਹੀ ਸੀ। ਮੈਂ ਮੀਟਿੰਗ ਦੇ ਵਿੱਚੋਂ ਕਾਕਾ ਨੂੰ ਮਤਲਬ ਟੈਲੀਫੋਨ ਕੀਤਾ। ਮੈਂ ਵੀ ਤੇਰਾ ਡੱਲੇਵਾਲ ਥੜਕ ਰਿਹਾ। ਉਹ ਕਹਿੰਦਾ ਮੈਂ ਹੁਣੀ ਗੱਲ ਕਰਦਾ। ਡੱਲੇਵਾਲ ਦੀ ਆਪਦੀ ਪੋਜੀਸ਼ਨ ਸੀ ਸਸਪੈਂਡ ਕਰਨ ਦੀ, ਵੀ ਆਪਾਂ ਸਸਪੈਂਡ ਕਰਕੇ ਦੁਬਾਰਾ ਫੇਰ ਤਿਆਰੀ ਕਰਕੇ ਲੜ ਗਏ। ਇਹ ਮੈਂ ਕਾਕੇ ਨੂੰ ਬੈਠੀ ਮੀਟਿੰਗ ਦੇ ਵਿੱਚੋਂ ਟੈਲੀਫੋਨ ਕੀਤਾ ਸੀ। ਅੱਜ ਬੇਸ਼ੱਕ ਮੁੱਕਰ ਜੇ, ਇਹ ਤਾਂ ਇਮਾਨਦਾਰੀ ਤੇ ਸਵਾਲ ਹੈ ਹੈ ਠੀਕ ਹੈ। ਮਤਲਬ ਜਿਹੜਾ 15-17 ਵਾਲਾ ਉਹ ਡੱਲੇਵਾਲ ਸਾਡੇ ਨਾਲ ਖੜਾ ਸੀ ਉਦੋਂ, ਕੋਈ ਰੌਲਾ ਨਹੀਂ ਗਾ। 15 ਇੱਕ ਪਾਸੇ ਸੀ, 17 ਇੱਕ ਪਾਸੇ ਸੀ ਜਦੋਂ ਇਹਨੂੰ ਰਿਜੈਕਟ ਕੀਤਾ। ਇਹ ਤਾਂ ਇੱਕ ਇਲਜ਼ਾਮ ਬਾਜ਼ੀਆਂ ਲਾ ਰਿਹਾ ਬਿਨਾਂ ਵਜ੍ਹਾ। ਔਰ ਮਤਲਬ ਡੱਲੇਵਾਲ ਅਸਲ ਵਿੱਚ ਅਸੀਂ ਸਮਝਦੇ ਹਾਂ ਕਿ ਚੱਲਦੇ ਘੋਲ ਦੌਰਾਨ ਵੀ ਇਹ ਪ੍ਰੋਬਲਮਾਂ ਖੜੀਆਂ ਕਰਦਾ ਰਿਹਾ। ਸਾਡੇ ਕੋਲ ਤੱਥ ਹੈ।
ਇਹ ਤੇ ਸਰਸਾ ਦੋਨੇ ਹਰੇਕ ਮੀਟਿੰਗ ਦੇ ਵਿੱਚ ਇਹਨੇ ਇੱਕ ਕੋਈ ਮਜ਼ਦੂਰ ਫੜ ਲਿਆਉਂਦੇ ਸੀ। ਇਹਦੇ ਕੋਲੋਂ ਜੀ ਹਥਿਆਰਾਂ ਦੀ ਖੇਪ ਫੜੀ ਗਈ। ਅਸੀਂ 2 ਵਾਰੀ ਵੇਖਿਆ, 4 ਵਾਰੀ ਵੇਖਿਆ ਵੀ ਇਹ ਕੱਲੇ ਇਹ ਦੋਨਾਂ ਬੰਦਿਆਂ ਨੂੰ ਖੇਪ ਕਿੱਥੋਂ ਮਿਲ ਜਾਂਦੀ ਆ। ਇੰਨੀਆਂ ਜਥੇਬੰਦੀਆਂ ਬੈਠੀਆਂ, ਆਪਣੀ ਡਕਾਉਂਦਾ ਵਾਲੀ ਟਿੱਕੜੀ ਬਾਰਡਰ ਤੇ ਤਾਂ ਵੱਡੀ ਗਿਣਤੀ 'ਚ ਹੀ ਬੈਠੇ ਆ, ਸਿੰਘੂ ਬਾਰਡਰ ਤੇ ਵੀ ਬੈਠੇ ਆ, ਸਿੰਘੂ ਬਾਰਡਰ ਤੇ ਦੂਜੀਆਂ ਜਥੇਬੰਦੀਆਂ ਵੀ ਬੈਠੀਆਂ। ਉਹਨਾਂ ਨੂੰ ਫਿਰ ਹਥਿਆਰਾਂ ਦਾ ਕੋਈ ਨਹੀਂ ਪਤਾ ਲੱਗਦਾ, ਇਹਨਾਂ ਦੋਨਾਂ ਬੰਦਿਆਂ ਨੂੰ ਕੋਈ ਪਤਾ ਲੱਗਦਾ। ਅਸੀਂ ਪੜਤਾਲ ਕੀਤੀ ਕਿ ਇਹ ਮਤਲਬ ਜਾਣ ਬੁੱਝ ਕੇ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੇ। ਫਿਰ ਇਹਨਾਂ ਨੂੰ ਮੀਟਿੰਗ ਦੇ ਵਿੱਚ ਤਾੜਿਆ ਵੀ ਹੈ ਵੀ ਤੁਸੀਂ ਘੋਲ ਨੂੰ ਲਾ ਰਹੇ ਢਾਹ, ਇਹ ਦਹਿਤ ਫੈਲਾ ਕੇ ਇਹ ਕਿਤੇ ਹਾਲਤ ਬਰਦਾਸ਼ਤ ਨਹੀਂ ਕਰੇ, ਬੰਦ ਕਰੋ ਕੰਮ। ਉਦੋਂ ਬਾਅਦ ਕੋਈ ਗੱਲ ਨਹੀਂ ਆਏਗੀ। ਇਹ ਚੱਲਦੇ ਘੋਲ ਦੌਰਾਨ ਵੀ 26 ਵਾਲਾ ਮਾਮਲਾ, 26 ਵਾਲੇ ਮਾਮਲੇ 'ਚ ਵੀ ਘੋਲ ਨੂੰ ਢਾਹ ਲਾਉਣ ਵਾਸਤੇ ਇਹਨੇ ਪੂਰੀ ਕੋਸ਼ਿਸ਼ ਕੀਤੀ। ਉਦੋਂ ਇਹ ਡੱਲੇਵਾਲ ਨੇ ਪੂਰਾ ਮਤਲਬ ਅਕਸਾਉਂਦਾ ਰਿਹਾ ਸਾਡੇ ਯੂਥ ਨੂੰ, ਨੌਜਵਾਨਾਂ ਨੂੰ। ਅਸੀਂ ਉਹਨਾਂ ਨੂੰ ਬਚਾਉਂਦੇ ਰਹੇ ਇਸ ਗੱਲ ਤੋਂ। ਸਾਨੂੰ ਪਤਾ ਸੀ ਕਿਉਂਕਿ ਉਹ ਜਿਹੜੀ 26 ਨੂੰ ਸਾਨੂੰ ਮਤਲਬ ਧਮਕੀ ਦਿੱਤੀ ਸੀਗੀ, ਉਦੋਂ ਬਾਅਦ ਸਾਨੂੰ ਸਮਝ ਪਈ ਜਦੋਂ ਸ਼ਾਇਦ 25 ਤਰੀਕ ਨੂੰ ਸਟੇਜ ਤੇ ਕਬਜ਼ਾ ਵੀ ਕੀਤਾ। ਸਾਨੂੰ ਆਖਿਆ ਵੀ ਇਹ ਤਾਂ ਗੜਬੜ ਹੈ। ਅਸੀਂ 26 ਤਰੀਕ ਨੂੰ ਬਹੁਤ ਵੱਡੀ ਗਿਣਤੀ 'ਚ ਜ਼ੋਰ ਲਾ ਕੇ ਉਹ ਜਿਹੜੀ ਘਟਨਾ ਕਰਨਾ ਚਾਹੁੰਦੀ ਸੀ ਪ੍ਰਸ਼ਾਸਨ, ਫਾਸੀਵਾਦੀ ਸਰਕਾਰ ਮੋਦੀ 84 ਬਣਾਉਣਾ ਚਾਹੁੰਦੀ ਸੀ। ਪਹਿਲਾਂ ਵਾਂਗ ਜਿਵੇਂ ਕਤਲੇਆਮ ਸਿੱਖਾਂ ਦਾ ਪਹਿਲਾਂ ਕੀਤਾ ਸੀ, ਉਸੇ ਤਰ੍ਹਾਂ ਜਿਉਂ ਕਿ ਉਹਨਾਂ ਨੇ ਗਰਾਊਂਡ ਤਿਆਰ ਕੀਤੀ ਸੀ, ਇਹ ਅੱਤਵਾਦੀ ਹੈ, ਇਹ ਵੱਖਵਾਦੀ ਹੈ, ਇਹ ਕਤਲੇਆਮ ਰਚਾਉਣ ਵਾਲੇ ਆ, ਇਹ ਇਹਨਾਂ ਤੇ ਭਰੋਸਾ ਨਾ ਕਰੋ, ਇਹ ਵਿਸ਼ਵਾਸਘਾਤ ਕਰਦੇ ਹੁੰਦੇ ਆ। ਉਹਨੇ ਗਰਾਊਂਡ ਤਿਆਰ ਕੀਤੀ ਵੀ ਸੀ। ਉਹ ਬਕਾਇਦਾ ਰੂਪ 'ਚ ਸਾਨੂੰ ਮਤਲਬ ਮੀਟਿੰਗ ਦੇ ਵਿੱਚ ਵੀ ਮਤਲਬ ਤੋਮਰ ਜੀ ਨੇ ਕਿਹਾ ਸੀਗਾ ਕਿ 26 ਤੋਂ ਬਾਅਦ ਤੁਹਾਡਾ ਭੋਗ ਪੈ ਜਾਊਗਾ ਘੋਲ ਦਾ। ਔਰ ਸਾਡੇ ਫਿਰ ਕੰਨ ਖੜੇ ਹੋ ਗਏ ਵੀ ਇਹ ਤਾਂ ਇੱਕ ਬਹੁਤ ਵੱਡੀ ਸਾਜ਼ਿਸ਼ ਰਚੀ ਜਾ ਰਹੀ ਆ। ਅਸੀਂ ਯਤਨ ਕੀਤਾ 26 ਤੋਂ ਬਚਾਉਣ ਨੂੰ। ਇੰਨੀ ਦਾਇਤ ਹੋ ਗਈ ਸੀ, ਉਹ ਦਾਇਤ ਤੋੜ ਕੇ ਦੇਰ ਰਾਤ ਕਰਕੇ 27 ਨੂੰ ਵੱਡੇ ਇਕੱਠ ਕਰਕੇ ਉਹਦਾ ਮਤਲਬ ਸਟੇਟ ਦਾ ਜਿਹੜਾ ਮਤਲਬ ਮਨਸਾ ਸੀ ਉਹ ਅਸੀਂ ਪੂਰਾ ਨਹੀਂ ਹੋਣ ਦਿੱਤਾ ਗਾ। ਡੱਲੇਵਾਲ ਸਾਹਿਬ ਦੀ ਕੀ ਪੋਜੀਸ਼ਨ ਸੀਗੀ ਉਦੋਂ? 26 ਪੋਜੀਸ਼ਨ ਸੀ ਉਹ ਉਧਰ 26 ਨੂੰ ਜਾਣ ਵਾਲੀ ਦਿੱਲੀ। ਬਿਲਕੁਲ ਇਹਨਾਂ ਦੀ ਪੋਜੀਸ਼ਨ ਨੇ 3-4 ਜਾਣੇ ਸੀਗੇ। ਇਹ ਉਧਰ ਨੂੰ ਜਾਣ ਦੀ ਪੂਰੀ ਪੋਜੀਸ਼ਨ ਸੀਗੀ। ਜਿਹੜੇ ਮੁੰਡੇ ਸੀਗੇ ਉਹਨਾਂ ਨੂੰ ਉਕਸਾਉਂਦੇ ਸੀਗੇ ਯੂਥ ਦੇ ਵਿੱਚ, ਕਿਉਂਕਿ ਯੂਥ ਦੇ ਵਿੱਚ ਇੱਕ ਜਜ਼ਬਾਤ ਲਾ ਲਓ, ਉਹਦੇ 'ਚ ਗੁੱਸਾ ਲਾ ਲਓ, ਉਹ ਚਾਹੁੰਦਾ ਹੁੰਦਾ ਨਵੀਂ ਗੱਲ ਆਵੇ। ਹੁਣ ਜਿਹੜੇ ਪੁਰਾਣੇ ਤਜਰਬੇਕਾਰ ਆਗੂ ਆ ਉਹਨਾਂ ਨੂੰ ਪਤਾ ਵੀ ਕਿਹੜੇ ਹਾਲਤ 'ਚ ਕਿਹੜੇ ਸਮੇਂ ਦਿੱਲੀ 'ਚ ਜਾਣਾ ਆਪਾਂ। ਪਰ ਅਸੀਂ ਉਹਨਾਂ ਨੂੰ ਵਿਖਾਇਆ ਵੀ ਦਿੱਲੀ 'ਚ ਵੀ ਗਏ। ਅਸੀਂ ਮਤਲਬ 10 ਦਿਨ ਉੱਥੇ ਬਰਾਬਰ ਸੈਸ਼ਨ ਚਲਾਇਆ। ਉਧਰ ਉਹਨਾਂ ਦਾ ਸੈਸ਼ਨ ਚੱਲਦਾ, ਇੱਕ ਸਾਡਾ ਸੈਸ਼ਨ ਚੱਲਦਾ ਜੀ। ਅਸੀਂ ਮਤਲਬ ਸਮੇਂ-ਸਮੇਂ ਕਰਦੇ ਵੀ ਰਹੇ ਹਾਂ, ਆਪਣਾ ਮੇਨ ਮਤਲਬ ਸੜਕਾਂ ਵੀ ਰੋਕਦੇ ਰਹੇ ਹਾਂ। ਹਰ ਮਤਲਬ ਜਿਹੜੀ ਗੱਲ ਸੀ ਉਹ ਅਸੀਂ ਕਰਦੇ ਰਹੇ ਹਾਂ। ਪਰ ਮਤਲਬ ਉਸ ਗੱਲ ਤੋਂ ਕਿ ਮਤਲਬ ਕਿਤੇ ਜਿਹੜੀ ਹਾਕਮਤ ਹੈ, ਜਿਹੜੀ ਫਾਸੀਵਾਦੀ ਸਰਕਾਰ ਹੈ, ਮੋਦੀ ਸਰਕਾਰ ਹੈ, ਉਹਦੀ ਸਾਜ਼ਿਸ਼ ਦੇ ਵਿੱਚ ਨਾ ਕਿਤੇ ਘੋਲ ਜਾ ਵੜੇ। ਉਹ ਯਤਨ ਬਹੁਤ ਕੀਤਾ ਲੋਕਾਂ ਨੇ, ਬੜਿਆਂ ਨੇ ਕੀਤਾ, ਪਹਿਲਾਂ ਵੀ ਕਰਦੇ ਰਹੇ ਕਿ ਇਹ ਤਾਂ ਬੜੇਪਿਆ, ਇਹਨਾਂ ਨੇ ਕੀ ਕਰਨਾ, ਇਹ ਤਾਂ ਇੱਥੇ ਬਾਰਡਰਾਂ 'ਤੇ ਬੈਠਣ ਵਾਲੇ ਆ। ਤੇ ਬਾਰਡਰਾਂ 'ਤੇ ਬੈਠਣ ਵਾਲੇ ਆਖਰ ਨੂੰ ਤਿੰਨੇ ਕੋਲ ਆਪਣਾ ਤਿੰਨੇ ਬੈਡਰਾ ਸੀ ਕਹਿੰਦੇ ਰਹੇ ਸਟੇਜ ਤੋਂ ਵੀ ਮੋਦੀ ਦੇ ਮੂੰਹੋਂ ਘੋਣਾ, ਮੋਦੀ ਦੇ ਮੂੰਹੋਂ ਘੁਆਏ ਆ। ਤਿੰਨੇ ਕਾਨੂੰਨ ਇੱਥੋਂ ਲੈ ਕੇ ਇਹੀ ਤੁਰੇ ਸੀ ਵੀ ਤਿੰਨੇ ਕਾਨੂੰਨ ਅਸੀਂ ਵਾਪਸ ਲੈ ਕੇ ਆਉਣੇ। ਤੇ ਉਹ ਅਸੀਂ ਵਾਪਸ ਕਰਾਏ ਆ। ਦੂਜਾ ਲਿਖਤੀ ਲਿਆ, ਉਹਨਾਂ 'ਚ ਕਰ ਨਹੀਂ ਹਿੱਲਿਆ ਸੀ। ਚਲੋ ਕੁਛ ਪੋਜੀਸ਼ਨਾਂ ਚੱਲਦੀਆਂ ਰਹੀਆਂ ਉੱਥੇ, ਇਹ ਅੰਦਰੂਨੀ ਮਤਭੇਦ ਹੁੰਦੇ ਆ ਰਹਿੰਦੇ ਆ, ਜਿਵੇਂ 15-17  'ਚ ਆਏ ਆ। ਪਰ ਅਸੀਂ ਮਤਲਬ ਉਹਨਾਂ 'ਚ ਹਿੱਲੇ ਨਹੀਂ ਜਿੰਨਾ 'ਚ ਸਾਨੂੰ ਲਿਖਤੀ ਨਹੀਂ ਦਿੱਤਾ ਗਾ। ਸਟੇਟ ਨੇ ਸਾਰਾ ਕੁਝ MSP ਦੇ ਬਾਰੇ ਵੀ, ਪੁਲਿਸ ਕੇਸਾਂ ਬਾਰੇ ਵੀ, ਨੌਕਰੀ ਬਾਰੇ ਵੀ, ਮੁਆਵਜ਼ੇ ਬਾਰੇ ਵੀ, ਔਰ 2000 ਬਿੱਲ ਬਾਰੇ ਵੀ ਸਾਰਾ ਕੁਝ ਲਿਖ ਕੇ ਲਿਆ। ਉਦੋਂ ਬਾਅਦ ਜੇ ਮਤਲਬ ਸਰਕਾਰ ਵਿਸ਼ਵਾਸਘਾਤ ਕਰਦੀ ਹੈ ਤਾਂ ਵੱਖਰੀ ਗੱਲ। ਇਹ ਕਿਤੇ ਹੋ ਹੀ ਨਹੀਂ ਸਕਦਾ ਗਾ ਇਤਿਹਾਸ ਦੇ ਵਿੱਚ ਕਿ ਟੇਬਲ 'ਤੇ ਬੈਠ ਕੇ ਨਿਬੜ ਜੇ ਗੱਲ ਤੇ ਫਿਰ ਵੀ ਅਸੀਂ ਉੱਥੇ ਬੈਠੇ ਰਹੀਏ। ਅਸੀਂ ਤਾਂ ਕਿਹਾ ਸੀ ਡੱਲੇਵਾਲ ਨੂੰ ਵੀ ਜੇ ਤੈਨੂੰ ਐਂ ਲੱਗਦਾ ਵੀ ਅਸੀਂ ਇਹ ਦੂਆ ਹਿੱਲਣਾ ਨਹੀਂ, ਰਾਸ਼ਨ ਪਾਣੀ ਸਾਡਾ, ਤੂੰ ਬੈਠ ਫਿਰ ਇਕੱਲਾ। ਬੈਠੇ ਕਿਉਂ ਨਹੀਂ ਜੀ? ਕਿਉਂ ਨਹੀਂ ਬੈਠੇ? ਵੇਖੋ ਨਾ MSP ਜਿਹੜਾ ਮਤਲਬ ਕੋਈ ਖੰਡ ਦੀ ਗੋਲੀ ਨਹੀਂ ਮੂੰਹ 'ਚ ਪਾ ਲੈਣੀ। MSP ਵੇਖੋ ਪੰਜਾਬ ਦੇ ਵਿੱਚ ਜਿਹੜੀਆਂ ਜਿਨਸਾਂ ਮੱਕੀ ਆ, ਬਾਜਰਾ, ਇਹ ਪੰਜਾਬ ਨੂੰ ਪਤਾ ਨਾ ਵੀ ਇਹਦੇ ਖਰਚਾ ਕਿੰਨਾ ਹੁੰਦਾ। ਜਿੱਥੇ ਚਾਹ ਪੈਦਾ ਹੁੰਦੀ ਆ ਉਹ ਮਤਲਬ ਸਟੇਟ ਨੂੰ ਪਤਾ ਨਾ ਚਾਹ ਦੇ ਖਰਚਾ ਕਿੰਨਾ ਹੋਊਗਾ। ਜਿੱਥੇ ਮਤਲਬ ਕੌਫੀ ਪੈਦਾ ਹੁੰਦੀ ਉਹ ਕੌਫੀ ਵਾਲੇ ਨੂੰ ਪਤਾ ਨਾ। ਜਿੱਥੇ ਕੇਲਾ ਪੈਦਾ ਹੁੰਦਾ ਉਹ ਕੇਲੇ ਵਾਲੇ ਨੂੰ ਪਤਾ ਨਾ ਵੀ ਤੇ ਖਰਚਾ। ਇਹ ਸਾਰੀ ਮਤਲਬ ਰਿਪੋਰਟ ਲੈਣੀ ਪਊ ਨਾ। ਉੱਥੇ ਜਾ ਕੇ ਚਲੋ MSP ਤੇ ਆਪਾਂ ਉਹਨਾਂ ਨਾਲ ਗੱਲ ਕਰ ਲੈਂਦੇ। ਕੀ ਕਰਦੇ ਐਂ ਕਹਿੰਦੇ ਵੀ MSP ਲਾਗੂ ਕਰ ਦਿੰਦੇ, ਉਹ ਕਰ ਦਿੰਦੇ ਆਪਦੇ ਹਿਸਾਬ ਨਾਲ। ਸਾਡੇ ਕੋਲ ਬਾਇਓਡਾਟਾ ਤਾਂ ਹੋਣਾ ਚਾਹੀਦਾ ਨਾ ਵੀ ਕੇਲੇ ਤੇ ਆਹ ਦਿਓ, ਕੌਫੀ ਤੇ ਆਹ ਦਿਓ, ਚਾਹ ਤੇ ਆਹ ਦਿਓ, ਬਾਜਰੇ ਤੇ ਆਹ ਦਿਓ, ਮੂੰਗੀ ਤੇ ਆਹ ਦਿਓ, ਨਰਮੇ ਤੇ ਆਹ ਦਿਓ। ਸਾਡੇ ਕੋਲ ਸਾਰੇ ਬਾਇਓਡਾਟਾ ਹੋਣਾ ਚਾਹੀਦਾ। ਉਹਦੇ 'ਚ ਗਾਂ
ਵੀ ਇਹ ਇੰਨਾ ਖਰਚਾ ਤੇ ਇਹਦੇ ਤੇ 50% ਸਾਨੂੰ ਪ੍ਰੋਫਿਟ ਦਿਓ, ਕਿਸਾਨ ਤਾਂ ਬਚੂਗਾ। ਉਹ ਅਸੀਂ ਸਮਝਦੇ ਸੀ ਵੀ ਉਹ MSP ਇੱਕ ਲੰਮਾ ਚੈਪਟਰ ਹੈ, ਇਹਦੇ ਵਾਸਤੇ ਕਮੇਟੀ ਬਣੇ। ਕਮੇਟੀ ਤੇ ਸਾਡੇ ਨਾਲ ਸਹਿਮਤੀ ਹੋ ਗਈ, ਕਮੇਟੀ ਦੇ ਵਿੱਚ ਹੁਣ ਖੋਟ ਪਾਉਣਾ ਸ਼ੁਰੂ ਕਰਤਾ, ਉਸ ਤੋਂ ਮਤਲਬ ਪਿੱਛੇ ਹਟਣ ਲੱਗ ਗਏ। ਅਸੀਂ ਉਹ ਜਵਾਬ ਦਿੱਤਾ ਵੀ ਇਹ ਜਿਸ ਢੰਗ ਨਾਲ ਤੁਸੀਂ ਕਮੇਟੀ ਬਣਾਉਣੇ ਇਹ ਤਾਂ ਸਾਡੇ ਫਿੱਟ ਨਹੀਂ। ਤੁਸੀਂ ਕਿਹਾ ਸੀ ਵੀ 3 ਨੁਮਾਇੰਦੇ ਸਾਡੇ ਹੋਣਗੇ ਤੇ 4 ਤੁਹਾਡੇ ਆਪਣਾ ਕਿਸਾਨੀ ਦੇ ਹੋਣਗੇ, ਵੀ ਤੁਸੀਂ ਤਾਂ ਹੋਰ ਕੁਛ ਹੀ ਬਣਾਈ ਜਾਂਦੇ ਤਾਂ ਮੂੰਹ ਸਿਰ ਐ। ਤਾਂ ਫਿਰ ਜਿਹੜੇ ਲੋਕ ਇਹਦੇ ਵਿਰੁੱਧ ਸੀਗੇ, ਮਤਲਬ 3 ਕਾਨੂੰਨ ਨੂੰ ਲਾਗੂ ਕਰਨ ਵਾਲੇ ਸੀ, ਉਹ ਤਾਂ ਉਹਦੇ ਵਿੱਚ ਤਾਂ ਤੁਸੀਂ ਕਮੇਟੀ ਦੇ ਉਹ ਵਾੜ ਲਿਆ। ਉਹ ਕਦੋਂ ਕਹਿਣਗੇ ਵੀ MSP ਲਾਗੂ ਹੋਵੇ? ਉਹ ਲੜਾਈ ਚੱਲ ਰਹੀ ਆ। ਅਸੀਂ ਲੜਾਈ ਆ ਦਿੱਤੀ ਆ, ਕਨਵੈਨਸ਼ਨਾਂ ਦਿੱਤੀਆਂ। 31 ਤਰੀਕ ਨੂੰ ਸਾਰੇ ਭਾਰਤ ਦੇ ਵਿੱਚ ਚੱਕਾ ਜਾਮ ਤੇ ਰੇਲਵੇ ਜਾਮ ਕਰ ਰਹੇ ਆ। ਲਖੀਮਪੁਰ ਜਿਹੜਾ ਕਿਸਾਨਾਂ ਦਾ ਉਹਨਾਂ ਨੂੰ ਇਨਸਾਫ ਦਿਵਾਉਣ ਦਾ, ਅਸੀਂ 18, 19, 20 ਨੂੰ 3 ਦਿਨ ਉੱਥੇ ਮੋਰਚਾ ਲਾ ਰਹੇ ਲਖੀਮਪੁਰ। ਤੇ ਡੱਲੇਵਾਲ ਇੱਕ ਸ਼ਬਦ ਦੱਸੇ ਭਾਰਤੀ ਜਨਤਾ ਪਾਰਟੀ ਤੇ RSS ਤੇ ਬੋਲਿਆ ਹੋਵੇ, ਇੱਕ ਹੀ ਉਹ ਨਿੰਦੀ ਗੱਲਾਂ ਸੰਯੁਕਤ ਮੋਰਚੇ ਨੂੰ ਹੀ ਜਾਂਦਾ। ਲੜਾਈ ਉਹਦੀ ਸੈਂਟਰ ਨਾਲ ਹੈ ਕਿ ਸੰਯੁਕਤ ਮੋਰਚੇ ਨਾਲ? ਉਹ ਸੰਯੁਕਤ ਮੋਰਚੇ ਨੂੰ ਨਿੰਦਾ ਤੋਂ ਸਿਵਾਏ ਉਹਦੇ ਕੋਲ ਕੁਛ ਨਹੀਂਗਾ। ਅਸੀਂ ਲੜਾਈ ਲੜ ਰਹੇ ਹਾਂ ਕਿ ਸੈਂਟਰ ਸਰਕਾਰ ਸਾਡੇ ਨਾਲ ਵਿਸ਼ਵਾਸਘਾਤ ਕਰ ਗਈ, ਅਸੀਂ ਮੁੜ ਫਿਰ ਲੜਾਈ ਉਹਨੂੰ ਅੱਗੇ ਤੋਰਨ ਵਾਸਤੇ ਫਿਰ ਆ ਪ੍ਰੋਗਰਾਮ ਦਿੱਤੇ। ਅੱਛਾ, ਉਹ ਜਿਹੜਾ ਕਹਿ ਰਹੇ ਆ ਲੋਕ ਦੋਸ਼ ਲਾ ਰਹੇ ਆ ਕਿ ਡੱਲੇਵਾਲ ਸਾਹਿਬ ਦੀ RSS ਨਾਲ ਨੇੜਤਾ, ਆਪਣੇ ਯੂਨੀਅਨਾਂ ਦੇ ਆਗੂ ਵੀ ਕਹਿ ਰਹੇ ਆ, ਇਸੇ ਕਰਕੇ ਕਿ ਉਹਨਾਂ ਨੇ ਤੁਹਾਡੇ ਤੇ ਦੋਸ਼ ਲਾਤੇ ਕਿ ਵਾਕਿਆ ਕੋਈ ਹੈਗੀ ਹਕੀਕਤ ਇਹਦੇ? ਵੇਖੋ, ਜਿਹੜਾ ਕੱਕਾ ਸਿੰਘ ਹੈ ਉਹਦੀ ਜਿਹੜੀ ਬੈਕਗ੍ਰਾਉਂਡ ਆ ਉਹ RSS ਦਾ ਬੰਦਾ। ਇਹਨਾਂ ਦੀ ਯੂਨੀਅਨ ਦਾ ਪ੍ਰਧਾਨ ਨਹੀਂ, ਇਹਦੇ ਫਰੰਟ 'ਚ ਆ ਜਿਹੜਾ ਡੱਲੇਵਾਲ ਦੇ ਫਰੰਟ 'ਚ ਹੈ ਨਾ ਕੱਕਾ ਸਿੰਘ, ਉਹਦੀ ਬੈਕਗ੍ਰਾਉਂਡ RSS ਦੀ ਹੈ। ਵੇਖੋ, ਉਹ ਤਾਂ ਮਤਲਬ ਜਿਹੜੇ ਉਹਦੇ ਵਿਚਾਰਾਂ 'ਚੋਂ ਪਤਾ ਲੱਗ ਜਾਂਦਾ। ਜੇ ਤਾਂ ਹੁਣ ਡੱਲੇਵਾਲ ਮਤਲਬ ਉਹਦਾ ਦੁਸ਼ਮਣ ਭਾਰਤੀ ਜਨਤਾ ਪਾਰਟੀ ਹੈ, ਜਿਹੜੀ ਅਗਨੀ ਵਰਗੇ ਮਤਲਬ ਸਕੀਮਾਂ ਲੈ ਕੇ ਆ ਰਹੀ ਹੈ, ਜਿਹੜੀ MSP ਲਾਗੂ ਨਹੀਂ ਕਰ ਰਹੀ, ਜਿਹੜੇ ਮਤਲਬ ਕਿ ਲਖੀਮਪੁਰ ਸਾਡੇ ਕਿਸਾਨ ਤੇ ਇੱਕ ਪੱਤਰਕਾਰ ਮਾਰਤਾ, ਉਹ ਦੁਸ਼ਮਣ ਹੈ ਕਿ ਸੰਯੁਕਤ ਮੋਰਚਾ? ਸੰਯੁਕਤ ਮੋਰਚੇ ਨਾਲ ਤਾਂ ਮਤਭੇਦ ਹੋ ਸਕਦੇ ਉਹਦੇ, ਚੱਲ ਮੈਂ ਰੱਖ ਲਏ ਮਤਭੇਦ, ਕੁਝ ਹੈਗੇ ਵੀ ਹੈ। ਪਹਿਲਾਂ ਤਾਂ ਬੇਫਾਇਦੇ ਮਤਲਬ ਮਤਭੇਦ ਲਿਆ। ਹੁਣ ਚਿੱਠੀ ਹੈ, ਚਿੱਠੀ ਬਾਈਆਂ ਦੇ ਵਿੱਚ ਰੱਖੀ 17 ਚੋਂ ਰੱਦ ਵੀ ਹੋਈ ਹੈ, ਠੀਕ ਹੈ। ਹੁਣ ਚਿੱਠੀ ਬਿਨਾਂ ਦਸਤਖਤਾਂ ਤੋਂ ਲਈ ਫਿਰਦਾ, ਉਹਦੇ ਚੋਂ ਸਾਬਤ ਕਰਤਾ, ਕਹਿੰਦਾ ਵੀ 3 ਲੱਖ ਹਜ਼ਾਰ ਕਰੋੜ ਰੁਪਏ 'ਚ ਮੋਰਚਾ ਵੇਚਤਾ। ਉਹਦੇ 'ਚੋਂ ਸਾਬਤ ਕਿਵੇਂ ਹੋ ਗਿਆ? ਵੀ ਫਿਰ 3 ਕਾਨੂੰਨ ਫਿਰ ਸਰਕਾਰ ਨੂੰ ਵਾਪਸ ਕਰਨ ਦੀ ਕੀ ਲੋੜ ਸੀ ਜੇ ਉਹਨੇ ਪੈਸੇ ਹੀ ਦੇਣੇ ਹੁੰਦੇ? ਜਿਹੜੀ ਉਹਨਾਂ ਦੀ ਪਾਲਿਸੀ ਸੀ, ਜਿਹੜੀ ਤੋਂ ਹੁਣ ਤੱਕ ਮੋਦੀ ਕਹਿੰਦੇ ਵੀ ਜੋ ਕਹਿ ਦਿੰਦਾ ਮੋਦੀ ਉਹ ਪਿੱਛੇ ਨਹੀਂ ਮੁੜਦਾ। 3 ਕਾਨੂੰਨ ਵਾਪਸ ਲਏ ਆ ਕਿ ਨਹੀਂ ਲਏ ਉਹਨੇ? ਨਾਲੇ ਉਹ ਪੈਸੇ ਦਿੱਤੇ ਉਹਨਾਂ ਨੇ ਤੇ ਨਾਲੇ 3 ਕਾਨੂੰਨ ਵਾਪਸ ਲੈ ਲਏ। ਇਹ ਹਾਸੂ ਨਹੀਂ ਪੋਜੀਸ਼ਨ ਨਹੀਂ, ਐਵੇਂ ਬੇਤੁਕੀਆਂ ਗੱਲਾਂ, ਹਵਾਈ ਗੱਲਾਂ ਕਰ ਰਿਹਾ। ਅਸਲ ਵਿੱਚ ਡੱਲੇਵਾਲ ਮਤਲਬ ਲੋਕਾਂ ਦੇ ਵਿੱਚੋਂ ਨਿਖੜਦਾ ਜਾ ਰਿਹਾ, ਕਿਉਂਕਿ ਸਾਂਝੀ ਲੜਾਈ ਨੂੰ ਲੋਕ ਚਾਹੁੰਦੇ ਆ। ਮਤਭੇਦ ਆਉਣਾ ਵੱਖਰੀ ਚੀਜ਼ ਆ, ਮਤਭੇਦ ਤਾਂ ਆਉਂਦੇ ਹੀ ਹੁੰਦੇ ਆ, ਵਿਰੋਧ ਤੋਂ ਬਿਨਾਂ ਵਿਕਾਸ ਵੀ ਨਹੀਂਗਾ। ਪਰ ਮਤਲਬ ਹੁਣ ਇਲਜ਼ਾਮਬਾਜ਼ੀਆਂ ਲਾਉਣੀਆਂ ਬਿਨਾਂ ਵਜ੍ਹਾ, ਲੋਕਾਂ ਦੇ ਵਿੱਚ ਭਰਮ ਭੁਲੇਖੇ ਖੜੇ ਕਰਨੇ, ਇਹ ਕੁਝ ਬੋਲ ਲਏ ਲੋਕਾਂ ਨੂੰ ਪਤਾ ਹੈ। ਡੱਲੇਵਾਲ ਵਾਲੇ ਵੀ ਪਤਾ, BKJ ਡਕਾਉਂਦਾ ਬਾਰੇ ਵੀ ਪਤਾ। BKJ ਡਕਾਉਂਦਾ ਦਾ ਇਤਿਹਾਸ ਆ, ਮਨਜੀਤ ਨੂੰ ਛਡਾਉਣ ਵੇਲੇ ਉਹ ਪਿਆ ਇਤਿਹਾਸ। ਆਹ ਤੁੰਗ ਵਾਲੀ ਹਾਈ ਕੋਰਟ ਦੇ ਵਿੱਚੋਂ ਸਾਰੀਆਂ ਸਰਕਾਰਾਂ ਨੇ ਜਵਾਬ ਦਿੱਤਾ ਸੀ ਪੁਲ ਬਣਾਉਣ ਦਾ ਰੇਲਵੇ ਲਾਈਨ ਤੇ, ਇਹ BKJ ਡਕਾਉਂਦਾ ਨੇ ਬਣਾਇਆ। ਆਪਣਾ ਅਲੀ ਸ਼ੇਰ ਵਾਲਾ ਸਾਡਾ ਬਲਾਕ ਪ੍ਰਧਾਨ ਦੇ ਹਿੱਕ 'ਚ ਗੋਲੀ ਖਾਧੀ ਹੈ ਖੁਦ ਆਪਣਾ ਕੁਰਕੀ ਰੋਕਣ ਵਾਸਤੇ। ਉਹਨਾਂ ਆੜ੍ਹਤੀਆਂ ਨੂੰ, ਗੁੰਡਿਆਂ ਨੂੰ, ਬਦਮਾਸ਼ਾਂ ਨੂੰ ਜੇਲ੍ਹ ਦੇ ਵਿੱਚ ਡੰਗਾ ਚੱਕ ਚੱਕੀ ਫਿਰਦੇ। ਵਿਸ਼ੇਸ਼ ਤਹਿਸੀਲਦਾਰ ਤੇ ਆੜ੍ਹਤੀਏ ਖਾਲੀ ਚੱਕੋ ਜਿੰਨਾ ਮਰਜ਼ੀ ਭਰ ਲਓ। BKJ ਡਕਾਉਂਦਾ ਨੇ ਠੁੱਡਾ ਮਾਰਿਆ, ਸਾਡੇ ਪ੍ਰਧਾਨ ਨੇ ਠੁੱਡਾ ਮਾਰਿਆ ਉਸ ਨੂੰ ਵੀ ਇਹ ਲੈ ਜਾਓ ਤੇ ਤੁਹਾਨੂੰ ਜੇਲ੍ਹ ਵਿਖਾਉਣੀ ਹੈ, ਜੇਲ੍ਹ। ਅਸੀਂ ਰੁਪਈਆ ਲੋਕਾਂ ਤੋਂ ਫੰਡ ਇਕੱਠਾ ਕਰਨ ਵਾਲੇ ਲੋਕ ਆ, ਉਹਦੇ ਨਾਲ ਲੜਨ ਵਾਲੇ ਲੋਕ ਆ। ਸਾਡਾ ਤਾਂ ਇਤਿਹਾਸ ਸੁਨਹਿਰੀ ਆ। ਅਸੀਂ ਤਾਂ ਰਾਏਕੋਟ ਫੈਸਲਾ ਕੀਤਾ ਸੀਗਾ ਵੀ ਜ਼ਮੀਨਾਂ 'ਚ ਆ ਜਾਓ, ਜਾਂ ਤਾਂ ਕੁਰਬਾਨੀ ਲਓਗੇ ਸਾਡੀ ਤੇ ਜਾਂ ਫਿਰ ਜ਼ਮੀਨ ਲਓਗੇ। ਇਹ ਹੁਣ ਕੋਈ ਮਤਲਬ ਚੱਕ ਕੇ ਦੋਸ਼ ਐਵੇਂ ਬੇਵਜ੍ਹਾ ਲਾਈ ਜਾਵੇ ਤੇ ਉਹ ਕੀਤਾ ਵੀ ਕੀ ਸਕਦਾ? ਕਿਸੇ ਨੂੰ ਕੋਈ ਇਹ ਤਾਂ ਬਾਬੇ ਨਾਨਕ ਨੂੰ ਵੀ ਕਹਿਤਾ ਸੀ, ਉਹਦੇ ਤੇ ਬਥੇਰੇ ਦੋਸ਼ ਲਾਤੇ ਸੀ ਵੀ ਐਵੇਂ ਤੁਰਿਆ ਬੰਦਾ ਚਿੱਪੀ ਲੈ ਕੇ। ਅੱਛਾ, ਇੱਕ ਉਹ ਕਹਿੰਦੇ ਵੀ ਸੰਯੁਕਤ ਮੋਰਚੇ ਦੇ ਵਿੱਚ ਲਗਾਤਾਰ ਕਾਮਰੇਡਾਂ ਦੀਆਂ ਯੂਨੀਅਨਾਂ, ਤੁਹਾਡਾ ਵੀ ਮਤਲਬ ਜਿਵੇਂ ਲੈਫਟ ਨਾਲ ਸੰਬੰਧ ਆ, ਕਹਿੰਦੇ ਵੀ ਕਾਮਰੇਡਾਂ ਦੀਆਂ ਯੂਨੀਅਨਾਂ ਹਾਵੀ ਹੋ ਰਹੀਆਂ, ਸਾਡੀਆਂ ਮੰਗਾਂ ਨੂੰ ਉਹ ਪਿੱਛੇ ਧੱਕ ਰਹੀਆਂ। ਕੀ ਮੰਗਾਂ ਨੂੰ ਪਿੱਛੇ? ਉਹ ਦੱਸੇ ਨਾ ਵੀ ਆਹ ਮੰਗਾਂ ਪਿੱਛੇ ਧੱਕ ਰਿਹਾ। ਜੇ ਲੜਾਈ ਲੜੀ ਹੈ ਤਾਂ ਮਤਲਬ ਵਿਚਾਰਾਂ ਦੀ ਲੜਾਈ ਹੈ। ਤਾਂ ਮੈਨੂੰ ਇਹ ਦੱਸੋ, ਹੁਣ ਜੋ ਸੈਂਟਰ ਦੇ ਖਿਲਾਫ ਕੋਈ ਪਾਲਿਸੀ ਤੇ 3 ਕਾਨੂੰਨ ਤੇ ਲੜਿਆ, ਇਹ ਸਿਆਸਤ ਨਹੀਂ, ਇਹ ਗੈਰ ਸਿਆਸਤ ਹੈ। ਉਹਨਾਂ ਦੀ ਸਿਆਸਤ ਸੀ ਵੀ ਅਸੀਂ ਜ਼ਮੀਨਾਂ ਖੋਹਣੀਆਂ, ਸਾਡੀ ਸਿਆਸਤ ਵੀ ਅਸੀਂ ਜ਼ਮੀਨਾਂ ਖੋਹਣ ਨਹੀਂ ਦੇਣੀਆਂ। ਗੈਰ ਸਿਆਸੀ ਤਾਂ ਕੋਈ ਹੁੰਦੀ ਨਹੀਂ ਚੀਜ਼, ਕੋਈ ਨਹੀਂ। ਦੱਸ ਦਿਓ, ਜੇ ਰੁਜ਼ਗਾਰ ਲੈਣਾ ਉਹ ਵੀ ਸਾਡੀ ਸਿਆਸਤ ਹੈ।
ਉਹਨੇ ਕਹਿੰਦਾ ਰੁਜ਼ਗਾਰ ਦੇਣਾ ਨਹੀਂ, ਉਹਦੀ ਸਿਆਸਤ ਹੈ। ਸਾਡੀ ਸਿਆਸਤ ਹੈ ਕਿ ਰੁਜ਼ਗਾਰ ਲੈਣਾ ਹੈ। ਸਾਡੀ ਸਿਆਸਤ ਹੈ ਕਿ MSP ਲੈਣੀ ਹੈ, ਉਹਨਾਂ ਦੀ ਸਿਆਸਤ ਹੈ ਕਿ MSP ਨਹੀਂ ਦੇਣੀ। ਗੈਰ ਸਿਆਸੀ ਕੀ ਚੀਜ਼ ਹੈ? ਸਾਰਾ ਘੋਲ ਚੱਲਿਆ, ਲੈਫਟੀ ਸੀ ਉਹਦੇ 'ਚ, ਵੱਖ-ਵੱਖ ਵਿਚਾਰਾਂ ਦੇ ਲੋਕ ਸੀਗੇ ਤੇ ਉਹਨਾਂ ਨੇ ਲੋਕ ਘੋਲ ਲੜਾ, ਕੋਈ ਉੱਥੇ ਮਤਭੇਦ ਨਹੀਂ ਆਏਗਾ। ਕੀ ਨੇ ਹੈਵੀ ਹੋ ਗਿਆ, ਕੀ ਨੇ ਉੱਤੋਂ ਦੀ ਪੈ ਗਿਆ। ਜੋ ਫੈਸਲਾ ਹੁੰਦਾ ਸੀ ਸੰਯੁਕਤ ਮੋਰਚੇ ਉਹਨੂੰ ਇੰਪਲੀਮੈਂਟ ਕਰੀ ਹੈ। ਜੇ ਇੰਪਲੀਮੈਂਟ ਨਹੀਂ ਕਰਦੇ ਸੀਗੇ ਤਾਂ ਇਹ ਡੱਲੇਵਾਲ ਵਰਗੇ ਨਹੀਂ ਕਰਦੇ ਸੀਗੇ, ਇਹ ਟੇਢੇ ਵਿੰਗੇ ਵਿੱਚ ਢੰਗ ਡਾਉਂਦੇ ਰਹੇ ਆ ਔਰ ਸਾਰੇ ਲਾਗੂ ਕਰਦੇ ਰਹੇ। ਵੋਟ ਪਾਉਣਾ ਨਾ ਪਾਉਣਾ ਹੁਣ BKG ਡਗਾਉਂਦਾ ਦੀ ਪਾਲਿਸੀ ਹੈ, ਸਾਡੀ ਸੰਵਿਧਾਨ 'ਚ ਵੀ ਹੈ। ਨਾ ਅਸੀਂ ਚੋਣ ਲੜਨੀ ਹੈ, ਨਾ ਵੋਟ ਪਾਉਣੀ ਹੈ, ਨਾ ਕਹਿਣਾ ਕਿਸੇ ਨੂੰ। ਅਸੀਂ ਵਿਚਾਰਾਂ ਨਾਲ ਕਿਤੇ ਹੀ ਖੜੇ ਰਹੀਏ ਭਲਾ। ਪਰ ਕਿਸਾਨੀ ਵਾਸਤੇ ਲੜਾਂਗੇ, ਮਜ਼ਦੂਰਾਂ ਵਾਸਤੇ ਲੜਾਂਗੇ, ਬੇਰੁਜ਼ਗਾਰੀ ਵਾਸਤੇ ਲੜਾਂਗੇ। ਅਗਨੀਪਥ ਸਕੀਮ ਲੈ ਕੇ ਇਹਦੇ ਤੇ ਕਨਵੈਨਸ਼ਨਾਂ ਰੱਖੀਆਂ। ਇਹਦੇ ਤੇ 31 ਤਰੀਕ ਨੂੰ ਰੇਲਵੇ ਤੇ MSP ਤੇ ਲਖੀਮਪੁਰ ਕਿਸਾਨਾਂ ਨੂੰ ਇਨਸਾਫ ਦਿਵਾਉਣ 31 ਨੂੰ ਅਸੀਂ ਰੇਲਵੇ ਜਾਮ ਕਰ ਰਹੇ ਤੇ ਦੇ ਦਿੰਦਾ ਫਿਰ ਕਾਲ ਆਪਣਾ ਡੱਲੇਵਾਲ ਤੇਥੀ ਨਾ ਕਾਲ। ਉਹ ਜੇ ਸੈਂਟਰ ਦੇ ਖਿਲਾਫ ਲੜਨ ਵਾਲਾ ਹੈ ਫਿਰ ਉਹ ਕਾਲ ਦੇਵੇ। 31 ਨੂੰ ਨਾ ਦਿੰਦਾ, ਪਹਿਲਾਂ ਦੇ ਦਿੰਦਾ, 28 ਨੂੰ ਦੇ ਦਿੰਦਾ, 2 ਤਰੀਕ ਨੂੰ ਦੇ ਦਿੰਦਾ। ਕਿਉਂ ਨਹੀਂ ਦਿੰਦਾ ਕਾਲ? ਅਸੀਂ ਤਾਂ ਸੱਚੇ ਦਿਲੋਂ ਮਤਲਬ ਸੰਯੁਕਤ ਮੋਰਚਾ ਪਹਿਲਾਂ ਅਸੀਂ ਇਕੱਠਾ ਕਰਨ ਤੇ ਲੱਗੇ ਹੋਏ ਸੀ। BKG ਡਗਾਉਂਦਾ ਵਾਲੇ ਸਾਨੂੰ ਖੁਸ਼ੀ ਹੈ ਕਿ ਅਸੀਂ ਇਕੱਠਾ ਕਰ ਲਿਆ। ਡੱਲੇਵਾਲ ਨਾਲ ਜਿਹੜੀਆਂ ਕੋਈ ਛੋਟੀਆਂ ਮੋਟੀਆਂ ਨੇ ਮਤਲਬ ਉਹਨਾਂ ਦੀਆਂ ਵਿਚਾਰਿਆਂ ਦੀਆਂ ਜਥੇਬੰਦੀਆਂ ਸੰਘਰਸ਼ ਕਮੇਟੀਆਂ ਤੋੜ ਕੇ ਤੇ ਉਹ ਖਿਲਾਰਤੀਆਂ 2-4 ਉਹ ਜਥੇਬੰਦੀਆਂ ਨਾਲ ਲਾਈ ਬੈਠਾ ਥੋੜ੍ਹੇ ਥੋੜ੍ਹੇ ਬੰਦੇ। ਔਰ ਅਸੀਂ ਗਰੰਟੀ ਨਾਲ ਕਹਿੰਦੇ ਹਾਂ ਡੱਲੇਵਾਲ ਬਿਲਕੁਲ ਨਿਖਰੂਗਾ, ਕਿਉਂਕਿ ਇਹਦੇ ਕੋਲ ਕੋਈ ਪਾਲਿਸੀ ਨਹੀਂ, ਕੋਈ ਨੀਤੀ ਨਹੀਂ। ਗੈਰ ਸਿਆਸੀ ਤੌਰ ਤੇ ਕਿਵੇਂ ਲੜ ਲਓਗੇ ਤੁਸੀਂ ਕਿਸੇ ਦਿਨ? ਜੇ ਤੁਹਾਡੇ ਵਿਚਾਰ ਹੀ ਨਹੀਂ ਕੋਈ, ਵਿਚਾਰਾਂ ਤੋਂ ਬਿਨਾਂ ਲੜਾਈ ਕਿਵੇਂ ਲੜੀ ਜਾਊਗੀ? ਜੇ ਵਿਚਾਰ ਹੈ ਤਾਂ ਹੀ ਲੜਾਈ ਲੜੋਗੇ। ਜਿਹਦੇ ਵਿਚਾਰ ਹੀ ਕੋਈ ਨਹੀਂ ਉਹ ਤਾਂ ਮੈਸ ਮੂਰੇ ਬੀਨ ਵਜਾਉਣ ਬਰਾਬਰ ਹੈ। ਵਿਚਾਰਾਂ ਨੇ ਲੜੀ ਜਾਂਦੀ ਹੈ ਲੜਾਈ। ਅੱਛਾ, ਇੱਕ ਜਿਹੜਾ ਸਰਕਾਰ ਬਦਲੀ ਹੈ 4 ਮਹੀਨੇ ਹੋ ਗਏ, ਜਥੇਬੰਦੀਆਂ ਵੀ ਬਦਲਾਅ ਦੀ ਗੱਲ ਕਰਦੀਆਂ ਕਿ ਇੱਕ ਸਿਸਟਮ ਬਦਲ ਕੇ ਇੱਕ ਚੰਗਾ ਬਦਲਾਅ ਲੈ ਕੇ ਆਉਣਾ। ਆਮ ਆਦਮੀ ਪਾਰਟੀ ਕਹਿੰਦੀ ਵੀ ਅਸੀਂ ਵੀ ਬਦਲਾਅ ਲੈ ਕੇ ਆਉਣਾ ਸੀ ਤੇ ਲੈ ਆਂਦਾ। 4 ਮਹੀਨਿਆਂ 'ਚ ਬਹੁਤ ਕੰਮ ਕਰੇ ਆ। ਲੱਗਦਾ ਉਹ ਇਨਕਲਾਬ ਜ਼ਿੰਦਾਬਾਦ ਦਾ ਨਾਰਾ ਉਹ ਕਹਿੰਦੇ ਵੀ ਸੱਚ ਕਰ ਰਹੇ ਹਾਂ, ਅਸੀਂ ਭਗਤ ਸਿੰਘ ਦੇ ਸੁਪਨਿਆਂ ਦਾ ਸਮਾਜ ਲੈ ਕੇ ਆ ਰਹੇ ਹਾਂ, ਬਦਲਾਅ ਲੈ ਕੇ ਆਂਦਾ ਸੀ ਲੋਕਾਂ ਵਾਸਤੇ। ਵੇਖੋ, ਇਨਕਲਾਬ ਕਹਿਣਾ, ਇਹ ਨਾਰਾ ਦੇਣਾ ਇਹ ਬਹੁਤ ਸੌਖਾ ਹੈ। ਇਨਕਲਾਬ ਦਾ ਨਾਰੇ ਵਾਸਤੇ ਬਹੁਤ ਵੱਡੀਆਂ ਕੁਰਬਾਨੀਆਂ ਦੇਣੀਆਂ ਪੈਣੀਆਂ। ਭਗਤ ਸਿੰਘ ਨੇ ਇਕੱਲਾ ਇਨਕਲਾਬ ਨਹੀਂ ਕਿਹਾ ਸੀ। ਭਗਤ ਸਿੰਘ ਨੇ ਜਾਂਦੇ ਨੇ ਇਹ ਵੀ ਕਿਹਾ ਸੀ ਇੱਥੇ ਗੋਰੇ ਉੱਠ ਜਾਣਗੇ, ਕਾਲੇ ਅੰਗਰੇਜ਼ ਆ ਜਾਣਗੇ। ਜੰਗ ਮੇਰੀ ਉਹਨਾਂ ਚਿਰ ਜਾਰੀ ਰਹੇਗੀ ਜਿੰਨਾ ਚਿਰ ਮਨੁੱਖ ਦੇ ਅੱਖੋਂ ਮਨੁੱਖ ਦੀ ਲੁੱਟ ਨਹੀਂ ਖਤਮ ਹੁੰਦੀ, ਬਰਾਬਰਤਾ ਦਾ ਰਾਜ ਨਹੀਂ ਹੁੰਦਾ, ਵੱਡਾ ਛੋਟਾ ਪਾੜਾ ਖਤਮ ਨਹੀਂ ਹੁੰਦਾ। ਇਹ ਤਾਂ ਸੁਪਨਾ ਹੈ ਨਹੀਂ ਨਾ ਭਗਵੰਤ ਮਾਨ ਦਾ, ਨਾ ਪਾਰਟੀ ਦਾ। ਬੇਰੁਜ਼ਗਾਰ ਅੱਜ ਵੀ ਡਾਂਗਾ ਖਾ ਰਹੇ ਨਹੀਂ ਖਾ ਰਹੇ। ਭਗਤ ਸਿੰਘ ਤਾਂ ਇਹ ਕਹਿੰਦੇ ਨਹੀਂ ਮੇਰਾ ਜੂਤ ਡਾਂਗਾ ਖਾਵੇ, ਟੈਂਕੀਆਂ ਤੇ ਚੜੇ, ਬੇਹੋਸ਼ ਹੋ ਕੇ ਲੜਕੀਆਂ ਡਿੱਗਣ, ਬਿਮਾਰ ਹੋਣ। ਇਹਦਾ ਕਿਤੇ ਨਹੀਂ। ਅੱਜ ਭਗਵੰਤ ਮਾਨ ਦੇ ਵਿੱਚ ਨਹੀਂ ਲਾਠੀਚਾਰਜ ਹੋ ਰਹੇ। ਭਗਵੰਤ ਮਾਨ ਵੀ ਉਹੀ ਕੁਛ ਕਰ ਰਿਹਾ। ਵੇਖੋ, ਇੱਕ ਆਰਥਿਕ ਜਿਹੜੇ ਸੁਧਾਰ ਹੈ ਉਹ ਅਕਾਲੀ ਵੀ ਕੁਛ ਕਰ ਜਾਂਦੇ ਸੀਗੇ, ਉਹ ਕਾਂਗਰਸ ਵੀ ਕਰ ਜਾਂਦੀ ਹੈ, ਉਹ ਤਾਂ ਭਾਰਤੀ ਜਨਤਾ ਪਾਰਟੀ ਵੀ ਕੋਈ ਆਰਥਿਕ ਸੁਧਾਰ ਵੀ 1000 ਰੁਪਇਆ ਅਸੀਂ ਦੇਤਾ ਜੀ ਸਾਰਿਆਂ ਨੂੰ। ਇਹ ਆਰਥਿਕ ਸੁਧਾਰ ਹੈ ਮਾੜੇ ਮੋਟੇ ਬੁਰਕੀ ਸਿਸਟਮ ਦੇ ਵਿੱਚੋਂ। ਇਹ ਸਿਸਟਮ ਦੇ ਵਿੱਚ ਰਹਿ ਕੇ ਜਿਹੜੇ ਵੱਡੇ ਵੱਡੇ ਘਰਾਣੇ ਹੈ ਅਬਾਨੀ ਵਰਗੇ, ਉਹਨਾਂ ਦੇ ਖਿਲਾਫ ਬੋਲੇ ਨਾ, ਉਹਨਾਂ ਦੀਆਂ ਜਾਇਦਾਦਾਂ ਬਾਰੇ ਬੋਲੇ ਨਾ, ਉਹਨਾਂ ਜਾਇਦਾਦਾਂ ਬਾਰੇ ਪਾਵੇ ਨਾ ਮਤਾ ਉਹਦੇ 'ਚ ਵੀ ਅਸੀਂ ਜ਼ਬਤ ਕਰਾਂਗੇ। ਖੂਨ ਪਸੀਨੇ ਦੀ ਕਮਾਈ ਲੁੱਟੀ ਆ ਉਹਨਾਂ ਨੇ। ਭਗਤ ਸਿੰਘ ਦੇ ਵਿਚਾਰ ਇਹ ਸੀਗੇ ਵੀ ਜਿਹੜਾ ਮਤਲਬ ਵੱਡੇ ਵੱਡੇ ਕਾਰਪੋਰੇਟ ਘਰਾਣੇ ਹੈ, ਸਾਮਰਾਜ ਹੈ ਜਾਂ ਵੱਡੀਆਂ ਕੰਪਨੀਆਂ, ਇਹਨਾਂ ਦਾ ਸਰਮਾਇਆ ਸੀ ਜ਼ਬਤ ਕਰਕੇ ਸਮੂਹ ਲੋਕ ਆ ਜਿਹੜੇ ਉਹਨਾਂ ਦੇ ਵਿੱਚ ਵੰਡਣਾ। ਇੱਥੇ ਪਾੜਾ ਨਹੀਂ ਰਹਿਣ ਦੇਣਾ ਸੀ। ਕਿਰਤ ਦਾ ਉਹਦਾ ਸਹੀ ਮੁੱਲ ਮਿਲੇਗੀ। ਹਰੇਕ ਕਿਰਤ ਕਰੂਗਾ। ਇੱਕ ਵਿਹਲੜ ਕੋਠੀਆਂ 'ਚ ਬਹਿ ਕੇ ਖਾਵੇ, ਇੱਕ ਮਤਲਬ ਖੂਨ ਪਸੀਨੇ ਦੀ ਕਮਾਈ ਕਰੇ। ਇਹ ਪਾੜਾ ਖਤਮ ਜਿੰਨਾ ਚਿਰ ਹੁੰਦਾ ਉਹਨਾਂ ਚਿਰ ਮੇਰੀ ਜੰਗ ਜਾਰੀ ਰਹੂਗੀ। ਭਗਤ ਸਿੰਘ ਦਾ ਸੁਪਨਾ ਤਾਂ ਇਹ ਸੀਗਾ। ਉਹਦੇ ਵਾਸਤੇ ਕੁਰਬਾਨੀਆਂ ਵੀ ਦਿੱਤੀਆਂ। ਤੇ ਇਹ ਤਾਂ ਇੱਕ ਸਿਸਟਮ ਹੈ, ਉਹ ਬਣਿਆ ਤਾਂ ਨਾ ਸਿਸਟਮ ਹੈ ਜਿੱਥੇ ਅੱਜ ਅਫਸਰਸ਼ਾਹੀ ਦਾ ਬੋਲਬਾਲਾ, ਅਫਸਰਸ਼ਾਹੀ ਤੋਂ ਬਿਨਾਂ ਕਰਕੇ ਵਿਖਾਵੇ ਕੁਛ ਨਹੀਂ। ਉਹ ਕਹਿੰਦੇ ਵੀ ਰਿਸ਼ਵਤ ਬੰਦ ਕਰਤੀ, ਹੋਰ ਲੋਕਾਂ ਦੇ ਕੰਮ ਹੋਈ ਜਾਂਦੇ ਆ। ਕਈ ਗੱਲਾਂ ਉਹਨਾਂ ਨੇ ਇਹ ਦਾਅਵੇ ਕੀਤੇ ਵੀ ਅਸੀਂ ਉਹ ਰੋਕਤੀਆਂ ਹੈਗੀਆਂ, ਲੋਕ ਸੌਖੇ ਨੇ। ਟ੍ਰੈਫਿਕ ਜਿਹੜੇ ਪੁਲਿਸ ਸੀ ਉਹ ਜਾਂ ਹੋਰ ਮਹਿਕਮਿਆਂ 'ਚ ਰਿਸ਼ਵਤ ਚੱਲਦੀ ਸੀ ਵੱਡੇ ਪੱਧਰ 'ਤੇ, ਉਹ ਰੋਕਤੀ ਆ। ਕਈ ਕੰਮ ਸਿਖਾਲੇ ਕਰਤੇ ਲੋਕਾਂ ਦੇ, ਆਮ ਬੰਦੇ ਦੀ ਪਹੁੰਚ ਹੋ ਗਈਆਂ ਕਈ ਗੱਲਾਂ। ਵੇਖੋ, ਰਿਸ਼ਵਤ ਦੇ ਢੰਗ ਬਦਲੇ ਗਏ। ਤੁਸੀਂ ਚੈਨਲ ਗੁਪਤ ਰੂਪ 'ਚ ਕਿਤੇ ਜਾ ਕੇ ਵੇਖਿਓ,
ਮੈਨੂੰ ਕੋਈ ਅਦਾਰਾ ਦੱਸ ਦੇ ਜਿੱਥੇ ਨਹੀਂ ਚੱਲਦੀ ਰਿਸ਼ਵਤ, ਕਿਤੇ ਹੀ ਕੋਈ ਦੱਸ ਦੇ। ਉਹਨੇ ਢੰਗ ਬਦਲ ਲਏ, ਹੋਰ ਰਾਹੀਂ ਚਲਾ ਚੈਨਲ ਬਣਾ ਲਏ। ਰਿਸ਼ਵਤ ਉਵੇਂ ਹੀ ਚੱਲਦੀ ਹੈ। ਪਹਿਲਾਂ ਉਹ ਸਿੱਧੇ ਲੈ ਲੈਂਦੇ ਸੀ ਤਹਿਸੀਲ 'ਚ, ਹੁਣ ਕਿਸੇ ਹੋਰ ਰਾਹੀਂ ਚੈਨਲ ਰਾਹੀਂ ਲੈ ਲੈਂਦੇ ਆ। ਕਿਸੇ ਅਦਾਰੇ 'ਚ ਜਾ ਵੜੋ, ਬਿਜਲੀ ਬੋਰਡ 'ਚ ਜਾ ਵੜੋ, ਤਹਿਸੀਲ 'ਚ ਜਾ ਵੜੋ, ਪੁਲਿਸ ਮਹਿਕਮੇ 'ਚ ਜਾ ਵੜੋ, ਕਿਸੇ ਅਦਾਰੇ 'ਚ ਜਾ ਵੜੋ, ਢੰਗ ਬਦਲੇ ਗਏ, ਕੋਈ ਕਰਪਸ਼ਨ ਨਹੀਂ। ਉਹ ਤਾਂ ਚਿੱਟਾ ਵੀ ਕਹਿੰਦੇ ਸੀ, ਚਿੱਟਾ ਹੁਣ ਤਾਂ ਉਦੋਂ ਵੀ ਗਲੀਆਂ 'ਚ ਵਿਕਣ ਲੱਗ ਗਿਆ ਵਾਧੂ। ਰੋਂਦੇ ਲੋਕ ਮੇਰੇ ਕੋਲ ਇੱਥੇ ਵੀ ਆ ਸਾਡਾ ਮੁੰਡਾ ਵੀ ਲਾਤਾ, ਚਿੱਟਾ ਹਟ ਗਿਆ। ਇਹ ਤਾਂ ਕਹਿੰਦੇ ਸੀ ਮਹੀਨੇ ਦੇ ਅੰਦਰ ਚਿੱਟਾ ਖਤਮ ਕਰ ਦਾਂਗੇ, ਹਟਾ ਤਾਂ ਨਹੀਂ ਚਿੱਟਾ। ਨਹੀਂ, ਉਹ ਕਹਿੰਦੇ ਸਾਨੂੰ ਸਮਾਂ ਚਾਹੀਦਾ, ਕਈ ਗੱਲਾਂ ਸਮਾਂ ਪਾ ਕੇ। ਸਮਾਂ ਤਾਂ ਲੋਕਾਂ ਨੇ ਦੇਤਾ, ਸਮਾਂ ਹੋਰ ਵੇਖ ਲੈਣਗੇ ਲੋਕ, ਪਰ ਸਮੇਂ ਵਾਸਤੇ ਕੁਛ ਤਾਂ ਹੁੰਦਾ ਨਾ। ਹੁਣ ਚਿੱਟਾ ਹੈ, ਇਹਨੂੰ ਕੰਟਰੋਲ ਕਿਹਨੇ ਕਰਨਾ? ਅੱਜ ਛਰੇਆਮ ਚਿੱਟਾ ਵੀ ਕੀ ਜਾ ਰਿਹਾ, ਕਰਪਸ਼ਨ ਹੈ। ਇਹਨਾਂ ਨੇ ਕਿਹਾ ਸੀ ਵੀ ਕਰਪਸ਼ਨ ਅਸੀਂ ਬੰਦ ਕਰ ਦਾਂਗੇ, ਲਾਣਾ ਨਾ ਉਹਨਾਂ ਦਾ। ਜਾਂ ਸੱਚੇ ਮਨੋਂ ਕਹਿ ਦੇਣ ਵੀ ਕਰਪਸ਼ਨ ਕਿਤੇ ਅਦਾਰੇ 'ਚ ਨਹੀਂ ਚੱਲਦੀ, ਢੰਗ ਬਦਲੇ ਗਏ। ਸਿੱਧਾ ਜਿਹੜਾ ਮਤਲਬ ਅੱਗੇ ਮੰਗੇ ਜਾਂਦੇ ਸੀ, ਉਹ ਸਿੱਧੇ ਨਹੀਂ ਮੰਗਦੇ ਵੀ ਕਿਤੇ ਮੂਵੀ ਨਾ ਬਣ ਜੇ, ਕਿਤੇ ਜੇਬ 'ਚ ਹੀ ਨਾ ਮੋਬਾਈਲ ਪਾਈ ਬੈਠਾ ਹੋਵੇ। ਢੰਗ ਬਦਲ ਲਿਆ ਅਗਲੇ ਨੇ। ਬੰਦ ਕੁਛ ਨਹੀਂ ਹੋਇਆਗਾ। ਬੇਰੁਜ਼ਗਾਰੀ ਦਾ, ਬੇਰੁਜ਼ਗਾਰੀ ਉਵੇਂ ਲੋਕ ਲੜ ਰਹੇ ਆ। ਲੱਗਦਾ ਕੋਈ ਕਿਸਾਨਾਂ ਵਾਸਤੇ ਉਹ ਕਹਿੰਦੇ ਵੀ ਅਸੀਂ ਪੈਕੇਜ ਰੱਖਿਆ ਬਜਟ ਦੇ ਵਿੱਚ, ਕਿਸਾਨੀ ਵਾਸਤੇ ਕੁਝ ਕੀਤਾ ਹੈਗਾ? ਨਹੀਂ, ਤਾਂ ਸਮਾਂ ਦੱਸ ਦੂ। ਹੁਣ ਕਹਿ ਰਹੇ ਆ ਉਹ ਪੈਕੇਜ ਰੱਖਿਆ, ਕੀ ਪੈਕੇਜ ਰੱਖਿਆ ਦੱਸੇ। ਮੂੰਗੀ ਬਾਰੇ ਸਾਨੂੰ ਕਿਹਾ ਸੀ ਕਿ ਮੂੰਗੀ ਦਾ ਦਾਣਾ ਦਾਣਾ ਚੱਕੂਗਾ, ਦਾਣਾ ਦਾਣਾ ਚੱਕੂਗਾ। ਮੈਂ ਅੱਜ ਵੀ ਵਿਖਾ ਦਾਂ, ਲੋਕਾਂ ਦੇ ਘਰ ਮੂੰਗੀ ਨਾਲ ਭਰੇ ਪਏ ਆ। ਅਸੀਂ ਇੱਥੇ 4 ਘੰਟੇ ਮੇਨ ਜਾਮ ਲਾਇਆ ਵੀ ਸਾਡੀ ਮੂੰਗੀ ਚੱਕੋ ਭਾਈ, ਮੰਡੀਆਂ 'ਚ ਪਈ ਹੈ, ਕਿਉਂ ਨਹੀਂ ਚੱਕਦੇ ਗੇ? 2 ਰੁਪਏ ਘੱਟ ਚੱਕ ਲਓ, ਚੱਕੋ ਤਾਂ ਸਹੀ। ਤੁਸੀਂ ਤੁਹਾਡੀ ਸਰਕਾਰ ਕਹਿੰਦੀ ਸੀ ਕਿ ਮੂੰਗੀ ਫਿਰ ਸਾਰੀ ਚਕਾਤੀ ਮਾਨ ਸਾਹਿਬ ਨੇ। ਨਹੀਂ, ਕਹਿਣ ਨਾਲ ਗੱਲਾਂ ਨਹੀਂ ਨਾ, ਮਤਲਬ ਉਹਨੂੰ ਅਮਲ 'ਚ ਲਿਆਉਣ। ਦੇਖੋ ਗੱਲਾਂ ਜੋ ਕਹਿੰਦਾ ਠੀਕ ਆ, ਲੋਕਾਂ ਨੂੰ ਜੱਚਦੀਆਂ, ਪਰ ਅਮਲ 'ਚ ਵੀ ਲਿਆਉਣਾ ਪਊ ਨਾ ਕੁਛ। ਮਤਲਬ ਮੱਕੀ ਆ, ਮੱਕੀ ਲੋਕ ਆਸ ਲਾਈ ਬੈਠੇ ਵੀ ਮੱਕੀ ਬੀਜੀ ਬਹੁਤ ਆ ਮੱਕੀ ਇੱਥੇ ਲੋਕਾਂ ਨੇ। ਜੇ ਮੱਕੀ ਚੱਕਣੀ ਹੋਈ ਨਹੀਂ, ਜੇ ਪੁਰਾਣੀ ਧਾਰਨਾ ਮਤਲਬ ਲੋਕਾਂ ਨੇ ਬਦਲਾਅ ਵਾਸਤੇ ਸੂਰਜਮੁਖੀ ਬੀਜੀ ਸੀ ਅੱਜ ਤੋਂ 20-25 ਸਾਲ। ਸੂਰਜਮੁਖੀ ਦਾ ਇਹੋ ਜਿਹਾ ਹਾਲ ਕਰਤਾ, ਮੰਡੀਆਂ ਦੇ ਵਿੱਚ ਸੜਨ ਲੱਗ ਗਈ, ਲੋਕ ਬੀਜਣੋਂ ਹਟ ਗਏ। ਲੋਕ ਤਾਂ ਅੱਜ ਚਾਹੁੰਦੇ ਆ ਝੋਨੇ ਤੋਂ ਛੁਟਕਾਰਾ ਚਾਹੁੰਦੇ ਆ, ਪਰ ਉਹਦਾ ਮਤਲਬ ਕੋਈ ਬਦਲਾਅ ਤਾਂ ਹੋਵੇ ਨਾ। ਜੇ ਹੁਣ ਮੂੰਗੀ ਦਾ ਬਦਲਾਅ ਦਿੱਤੇ, ਮੂੰਗੀ ਲੋਕਾਂ ਨੇ ਉਹਦੇ ਕਹਿਣ 'ਤੇ ਬੀਜਤੀ, ਝੋਨਾ ਉਹਦੇ ਰਕਬਾ ਘਟਾਤਾ ਕਹਿਣ 'ਤੇ, ਫਿਰ ਕਿਸਾਨ ਜਾਊ ਕਿਤੇ ਜੇ ਉਹਨੂੰ ਕੁਝ ਮਿਲਣਾ ਨਹੀਂਗਾ। ਆ ਮੂੰਗੀ ਨੇ ਤਾਂ ਰਗੜਤਾ ਉਹਨੂੰ, ਫਿਰ ਆ ਨਰਮਾ ਸੀ ਇਹਨੂੰ ਸੁੰਡੀ ਪੈ ਗਈ, ਫਿਰ ਕਰਜਾਈ ਹੋ ਜਾਣਾ ਕਿਸਾਨ ਨੇ। ਤਾਂ ਕਿੱਧਰ ਜਾਊ ਕਿਸਾਨ? ਕਿਸਾਨ ਵਾਸਤੇ ਜੇ ਕੁਝ ਰੱਖਣਾ ਨਹੀਂਗਾ, ਉਹਨੂੰ ਕੁਝ ਮਤਲਬ ਦੇਣਾ ਨਹੀਂਗਾ ਸੀ, ਤਾਂ ਫਿਰ ਉਹ ਕਿਸਾਨ ਬਚੂ ਕਿਵੇਂ? ਮਜ਼ਦੂਰ ਬਚੂ ਕਿਵੇਂ? ਇਹਦਾ ਮਤਲਬ ਅਸਲ ਵਿੱਚ ਪਾਲਿਸੀ ਬਣਾਉਣੀ ਪਊ। ਪਾਲਿਸੀ 2 ਹੈ, ਇੱਕ ਵੱਡਾ ਘਰਾਣਿਆਂ ਵਾ ਪੱਖੀ ਪਾਲਿਸੀ, ਇੱਕ ਮਤਲਬ ਹੇਠਲੇ ਕਿਰਤੀ ਲੋਕਾਂ ਵਾਸਤੇ ਪਾਲਿਸੀ। ਇਹ ਪਾਲਿਸੀ ਉਹਨਾਂ ਦੇ ਉਲਟ ਨਹੀਂ ਬਣਾ ਸਕਦੇ। ਕਿਵੇਂ ਬਣਾ ਦੇਣਗੇ ਉਹਨਾਂ ਦੇ ਉਲਟ ਪਾਲਿਸੀ? ਨਾ ਸੈਂਟਰ ਸਰਕਾਰ ਬਣਾਵੇ, ਨਾ ਇਹ ਪੰਜਾਬ ਸਰਕਾਰ ਬਣਾਵੇ। ਜੇ ਉਹਨਾਂ ਦੇ ਉਲਟ ਬਣਾਉਣਗੇ ਤਾਂ ਉਹਨੂੰ ਲਾਸ ਹੋਊਗਾ। ਉਹ ਲਾਸ ਨਹੀਂ ਚੱਲਣੇ, ਇਹਨਾਂ ਦੀਆਂ ਬਾਹਾਂ ਮਰੋੜ ਲੈਣੀਆਂ ਉਹਨਾਂ ਨੇ। ਆ ਜਾਓ ਫਿਰ। ਅਸੀਂ ਸਮਝਦੇ ਹਾਂ ਵੀ ਮਤਲਬ ਠੀਕ ਆ, ਲੋਕਾਂ ਨੇ ਬਦਲਾਅ ਲਿਆਂਦਾ। ਇਹ ਵੀ ਉਹ ਫਾਇਦਾ ਮਤਲਬ ਜਿਹੜੀ ਕਿਸਾਨੀ ਮੂਵਮੈਂਟ ਚੱਲੀ ਸੀਗੀ, ਲੋਕ ਮਤਲਬ ਜਿਹੜੇ ਰਵਾਇਤੀ ਪਾਰਟੀਆਂ ਸੀਗੀਆਂ, ਉਹ ਜਿੰਨਾ ਉਹਨਾਂ ਦੇ ਖਿਲਾਫ ਮਤਲਬ ਉੱਥੇ ਪਿੰਡਾਂ ਦੇ ਵਿੱਚ ਪਿੰਡ ਮਤਲਬ ਬੋਲਿਆ ਗਿਆ ਵੀ ਇਹਨਾਂ ਨੇ ਸਾਨੂੰ ਹੁਣ ਤੱਕ ਰਾਹ ਕੁਛ ਕਰਤਾ, ਚਿੱਟੇ ਦਾ ਬੋਲਿਆ ਜਾਂ ਕੋਈ ਜਿਨਸਾਂ ਦਾ ਜਾਂ ਕਿਸਾਨੀ ਦਾ ਹਾਲਤ ਬਣਾਈ ਹੈ, ਬੇਰੁਜ਼ਗਾਰੀ ਦੀ ਹਾਲਤ ਬਣਾਈ ਹੈ। ਉਹਦੇ 'ਚੋਂ ਮਤਲਬ ਲੋਕਾਂ ਨੂੰ ਇਹ ਲੱਗਦਾ ਸੀਗਾ ਵੀ ਯਾਰ ਕਿਰਾ ਇਹਨਾਂ ਨੂੰ ਪਾ ਕੇ ਵੇਖ ਲਓ। ਆ ਸੰਗਰੂਰ ਦਿੱਤਾ ਝਟਕਾ ਵੀ ਜੇ ਇਹਨਾਂ ਦੇ ਲੋਕ ਮਤਲਬ ਚਾਹੁੰਦੇ ਹੁੰਦੇ ਵੀ ਠੀਕ ਇਹ ਦਿਸ਼ਾ 'ਚ ਕੰਮ ਕਰੀ ਜਾਂਦੇ ਆ, ਲੋਕ ਝਟਕਾ ਨਹੀਂ ਦਿੰਦੇ ਸੀ। ਲੋਕਾਂ ਨੇ ਝਟਕਾ ਦਿੱਤਾ ਵੀ ਹੈ ਵੀ ਜਾਂ ਤਾਂ ਬੰਦੇ ਦੇ ਪੁੱਤ ਬਣ ਕੇ ਠੀਕ ਦਿਸ਼ਾ 'ਚ ਚੱਲੋ, ਨਹੀਂ ਆਉਣ ਵਾਲੇ ਸਮੇਂ 'ਚ ਉਹ ਤਾਂ ਆਪ ਵੀ ਕਹਿੰਦਾ ਵੀ ਲੋਕ ਅਸਮਾਨ 'ਚ ਵੀ ਚੜਾ ਦਿੰਦੇ, ਫਰਸ਼ 'ਤੇ ਵੀ ਸਿੱਟ ਦਿੰਦੇ। ਜੇ ਲੋਕ ਪੱਖੀ ਲੋਕ ਦੇ ਹੱਕ 'ਚ ਜੇ ਕੁਛ ਨਹੀਂ ਕਰਨਗੇ, ਲੋਕ ਨਹੀਂ ਚਾਹਣਗੇ, ਠੀਕ ਆ, ਉਹ ਪੁਰਾਣਾ ਹੀ ਹੈ ਮਤਲਬ। ਫਿਰ ਰਵਾਇਤੀ ਪਾਰਟੀਆਂ ਇੱਧਰ ਉੱਧਰ ਗੇੜਾ ਗੂੜਾ ਖਾ ਕੇ ਆ ਜਾਣਗੀਆਂ। ਹਾਲਤ ਉਹੀ ਬਣਦੀ ਜਾਂਦੀ ਹੈ ਰਵਾਇਤੀ ਪਾਰਟੀਆਂ ਵਾਲੀ। ਜੇ ਆਉਣ ਵਾਲੇ ਸਮੇਂ 'ਚ ਸਮਾਂ 5 ਸਾਲ ਇਹਨਾਂ ਕੋਲ, ਜੇ ਕੁਛ ਕਰਕੇ ਵਿਖਾਉਣਗੇ ਤਾਂ ਲੋਕ ਫਿਰ ਚੁਣ ਲੈਣਗੇ। ਲੋਕ ਕੋਈ
ਕਮਲੇ ਤਾਂ ਹੈ ਹੀ ਨਹੀਂ ਗੇ ਲੋਕ। ਜੇ ਲੋਕਾਂ ਨੂੰ ਕਿਸਾਨੀ ਨੂੰ ਚੰਗੀ ਰਾਹ ਤੇ ਮਿਲ ਗਈ, ਕਿਸਾਨਾਂ ਨੂੰ ਚੰਗੀਆਂ ਫਸਲਾਂ ਦਾ ਮੁੱਲ ਮਿਲ ਗਿਆ, ਮਜ਼ਦੂਰਾਂ ਨੂੰ ਉਹਨਾਂ ਦੀ ਕਿਰਤ ਦਾ ਮੁੱਲ ਮਿਲ ਗਿਆ, ਬੇਰੁਜ਼ਗਾਰਾਂ ਨੂੰ ਰੁਜ਼ਗਾਰ ਕੋਈ ਮਾੜਾ ਮੋਟਾ ਮਿਲ ਗਿਆ, ਤੇ ਲੋਕ ਕਮਲੇ ਥੋੜ੍ਹੇ ਹੀ ਆ। ਲੋਕ ਫਿਰ ਦੇ ਦੇਣਗੇ ਮੌਕਾ ਵੀ ਚੱਲ ਭਾਈ ਕੀਤਾ ਕੁਛ। ਪਰ ਹਾਲ ਦੀ ਘੜੀ ਲੱਗਦਾ ਨਹੀਂ, ਉਹਦੇ ਬੱਸੋਂ ਬਾਹਰ ਲੱਗਦੀ ਹੈ ਗੱਲ ਜਿਸ ਢੰਗ ਨਾਲ ਉਹ ਚੱਲੇ ਵੇ ਆ। ਇੱਕ ਲਗਾਤਾਰ ਜਥੇਬੰਦੀਆਂ ਪ੍ਰੋਗਰਾਮ ਕਰਦੀਆਂ, ਸੀਐਮ ਸਾਹਿਬ ਮੀਟਿੰਗ ਦਾ ਸਮਾਂ ਨਹੀਂ ਦਿੰਦੇ। ਦੂਜੇ ਪਾਸੇ ਕੁਝ ਲੋਕ ਜਿਵੇਂ ਤੁਹਾਡੇ ਏਰੀਆ ਦਾ ਨੌਜਵਾਨ ਸਮਾਜ ਸੇਵੀ ਲੱਖਾ ਸਧਾਣਾ ਜਾਂ ਜਗਦੀਪ ਰੰਧਾਵਾ ਜਾਂ ਭੰਨ ਸਿੱਧੂ ਹੋਰੀ, ਇਹਨਾਂ ਨੂੰ ਮੀਟਿੰਗ ਮਿਲ ਜਾਂਦੀ ਹੈ। ਲੋਕ ਕਹਿੰਦੇ ਆ ਵੀ ਇਹਨਾਂ ਨੂੰ ਮੀਟਿੰਗ ਦੇ ਰਹੇ ਆ, ਜਥੇਬੰਦੀਆਂ ਨਾਲ ਮੀਟਿੰਗ ਨਹੀਂ ਕਰ ਰਹੇ। ਕੀ ਸੀਐਮ ਸਾਹਿਬ ਦੀ ਨੇੜਤਾ ਜਾਂ ਮਤਲਬ ਲੱਖੇ ਸਧਾਣੇ ਹੋਰਾਂ ਦਾ ਹੁਣ ਦਬਾਅ ਵੱਧ ਗਿਆ ਤੇ ਜਥੇਬੰਦੀਆਂ ਦੀ ਜਿਹੜਾ ਦਬਾਅ ਉਹ ਘਟ ਗਿਆ? ਇਹ ਦਬਾਅ ਤਾਂ ਜਥੇਬੰਦੀਆਂ ਦੇ ਰਹਿਣਾ, ਲੋਕ ਉਹਨਾਂ ਦੇ ਨਾਲ ਹੈ। ਸੀਐਮ ਨੂੰ ਪਤਾ ਹੈ ਵੀ ਜਥੇਬੰਦੀਆਂ ਜੋ ਮੀਟਿੰਗ ਕਰੂੰਗਾ ਤੇ ਮੈਂ ਜਵਾਬਦੇਹ ਹੋਣਾ। ਉਹ ਤੇ ਕੀ ਜਵਾਬ ਦੇਵਾਂ ਵੀ ਜੋ ਤੂੰ ਆ ਕਹਿ ਰਿਹਾ ਹੈ ਵੀ ਇਹਦੇ ਤੇ ਜਵਾਬ ਦੇ। ਆ ਮੂੰਗੀ ਤੇ ਤੂੰ ਕਿਹਾ ਸੀ ਮੈਂ ਦਾਣਾ ਚੱਕੂੰਗਾ, ਤੂੰ ਕਿਹਾ ਸੀ ਵੀ ਜਿਹੜੀਆਂ ਫਸਲਾਂ ਮਰ ਗਈਆਂ ਇਹ ਫਸਲਾਂ ਮਤਲਬ ਦਾ ਮੈਂ ਮੁਆਵਜ਼ਾ ਦੇਊਂਗਾ, ਤੂੰ ਕਿਹਾ ਸੀ ਵੀ ਮੈਂ ਰੁਜ਼ਗਾਰ ਦੇਊਂਗਾ, ਹੈਂ ਤੂੰ ਕਿਹਾ ਸੀਗਾ ਵੀ ਇੱਥੇ ਰੋਜ਼ ਜਿਹੜੇ ਸਾਡੇ ਯੂਥ ਆ ਨੌਜਵਾਨ ਜਿਹੜੇ ਮਤਲਬ ਉਹਨਾਂ ਦੀਆਂ ਡੈੱਡ ਬੋਡੀਆਂ ਰੋਜ਼ ਮੈਂ ਵੇਹਨਾ ਧੁਖਦੀਆਂ ਲਾਸ਼ਾਂ ਵੀ ਇਹ ਨਹੀਂ ਹੋਣਗੀਆਂ। ਉਹਨੂੰ ਜਵਾਬਦੇਹ ਹੋਣਾ ਪੈਣਾ। ਉਹ ਜਵਾਬਦੇਹ ਹੋਣ ਦੀ ਬਜਾਏ ਮਤਲਬ ਟਾਲਾ ਬੱਟਾ ਮੀਟਿੰਗਾਂ ਤੋਂ ਵੀ ਉੱਥੇ ਕਿਸਾਨ ਤਾਂ ਸਵਾਲ ਤਾਂ ਕਰਨਗੇ ਗੇ। ਆਹੋ ਨਰਮੇ ਵਾਲਾ ਮਸਲਾ ਖੜਾ ਹੋ ਗਿਆ ਵੀ ਇਹ ਵੀ ਸਵਾਲ ਖੜਾ ਕਰਨਗੇ ਵੀ ਦੱਸ ਇਹ ਤੇ ਕੀ ਕਰਦਾ ਤੂੰ, ਵੀ ਸਾਡਾ ਕੀ ਕਸੂਰ ਹੈ ਇਹਦੇ 'ਚ, ਵੀ ਜਾਂ ਤਾਂ ਤੁਸੀਂ ਬੀਜ ਨਹੀਂ ਚੰਗਾ ਦਿੱਤਾ ਜਾਂ ਸਾਨੂੰ ਸਪਰੇਆਂ ਚੰਗੀਆਂ ਨਹੀਂ ਦਿੱਤੀਆਂ ਗਈਆਂ, ਕਿਤੇ ਤਾਂ ਗੜਬੜ ਹੋਊਗੀ। ਜਿਵੇਂ ਮਤਲਬ ਬਾਦਲ ਵੇਲੇ ਤੋਤੇ ਨੇ ਨਕਲੀ ਦਵਾਈ ਦੇ ਕੇ ਮਤਲਬ ਸਾਡਾ ਰਾਮਾ ਮਾਰਿਆ ਸੀਗਾ, ਉਹ ਹੁਣ ਜਵਾਬਦੇਹੀ ਤੋਂ ਭੱਜਦੇ ਆ। ਹੋਰ ਉਹਨੂੰ ਇਤਰਾਜ਼ ਕੀ ਹੈ ਕਿਸਾਨਾਂ ਨਾਲ ਮੀਟਿੰਗ ਕਰਨ ਤੇ? ਉਹੀ ਭਗਵੰਤ ਮਾਨ ਹੈ ਜਿਹੜਾ ਸਾਡੇ ਮਹਿਲ ਕਲਾ ਕੇ ਬੋਲ ਕੇ ਜਾਂਦਾ ਹੁੰਦਾ ਜੀ ਕਰਨਜੀਤ ਤੇ। ਉਹੀ ਭਗਵੰਤ ਮਾਨ ਹੈ ਜਿਹੜਾ ਕਹਿੰਦਾ ਮੈਂ ਆ ਕੇ ਮੋਰਚੇ 'ਚ ਬਹਿ ਜਾਂਦਾ ਸੀਗਾ। ਅਸਲ ਵਿੱਚ ਜਦੋਂ ਕੋਈ ਉੱਪਰ ਜ਼ਿੰਮੇਵਾਰੀ ਤੇ ਬਹਿ ਜਾਂਦਾ ਉੱਥੇ ਫਿਰ ਉਹਨੂੰ ਜਵਾਬਦੇਹ ਹੋਣਾ ਪੈਂਦਾ। ਕਹਿਣਾ ਤਾਂ ਪਊਗਾ ਕੁਝ ਨਾ ਕੁਝ, ਜਾਂ ਵਾਅਦਾ ਕਰਨਾ ਪਊਗਾ। ਆ ਪਿੱਛੇ ਮਤਲਬ ਆਪ ਨੇ ਮੀਟਿੰਗ ਕੀਤੀ, ਮਤਲਬ ਮੰਤਰੀ ਨਾਲ ਮੀਟਿੰਗ ਕਰਾਈ ਸੀ ਗੰਨੇ ਦੇ ਬਕਾਇਆ ਬਾਰੇ। ਉਹ ਵੀ ਵਾਅਦਾ ਕਰਕੇ ਵੀ ਅਸੀਂ ਮਿੱਲਾਂ ਵੇਚ ਕੇ ਦੇ ਦਾਂਗੇ, ਅਸੀਂ ਫਲਾਨਾ ਕਰਾਂਗੇ, ਉਹਨਾਂ ਦੀ ਜਾਇਦਾਦ ਵੇਚਾਂਗੇ। ਰੁਲੀ ਜਾਂਦਾ ਉਹ ਮਸਲਾ। ਨਹੀਂ ਮਤਲਬ ਉਹਨਾਂ ਨੂੰ ਮਤਲਬ ਉਹਨਾਂ ਜਿਹੜੇ ਨੌਜਵਾਨ ਯੂਥ ਨੇ, ਨੌਜਵਾਨ ਆਗੂ ਨੇ, ਉਹਨਾਂ ਦਾ ਦਬਾਅ ਵੱਧ ਗਿਆ, ਇਸੇ ਕਰਕੇ ਉਹਨਾਂ ਨੇ ਮੀਟਿੰਗਾਂ ਤਾਂ ਫਿਰ ਕਰ ਰਹੇ। ਮੀਟਿੰਗ ਉਹਨਾਂ ਨੇ ਕਿਸ ਮਸਲੇ ਤੇ ਕੀਤੀ? ਉਹਨਾਂ ਨਾਲ ਜਿਹੜਾ ਜੰਗਲ ਵਾਲਾ ਮੱਤੇਵਾੜਾ ਜੰਗਲ ਵਾਲੇ ਮਾਮਲੇ ਤੇ ਤਾਂ ਬੀਕੇ ਜੀ ਡਕਾਉਂਦਾ ਤੇ ਉਹਨਾਂ ਦੇ ਨਾਲ ਅਸੀਂ ਮੋਰਚਾ ਲਾਇਆ। ਨਹੀਂ ਉਹ ਤਾਂ ਉਹ ਇਹ ਮੀਟਿੰਗ ਤਾਂ ਪਰ ਸੀਐਮ ਸਾਹਿਬ ਨੇ ਉਹਨਾਂ ਨਾਲ ਕੀਤੀ ਹੈ। ਮੀਟਿੰਗ ਕਰ ਲਈ, ਪ੍ਰੈਸ਼ਰ ਤਾਂ ਲੋਕਾਂ ਦਾ ਸੀ ਨਾ। ਲੱਖੇ ਬਾਰੇ ਜੇ ਲੱਖੇ ਨਾਲ ਮੀਟਿੰਗ ਕਰਕੇ ਕਰਨੇ ਪਹਿਲਾਂ ਕਿਉਂ ਨਾ ਕਰ ਲਈ? ਲੋਕ ਉੱਥੇ ਬਹਿ ਗਏ। ਸਾਡਾ ਮਨਜੀਤ ਨੇ ਉੱਥੇ ਗਿਆ ਹੋਇਆ ਸੀਗਾ, ਹੈਂ ਉੱਥੇ ਬੋਲਿਆ ਵੀ ਜੱਜ ਕੇ ਬੋਲਿਆ ਵੀ ਅਸੀਂ ਇੰਨੀਆਂ ਜੰਗਾਂ ਜਿੱਤੀਆਂ, ਇਹ ਸਾਡੇ ਵਾਸਤੇ ਕੁਝ ਵੀ ਨਹੀਂ ਗਾ। ਉਸੇ ਦਿਨ ਹੀ ਕੀਤਾ ਨਾ ਐਲਾਨ ਜਿੱਦੇ ਮੋਰਚਾ ਸ਼ੁਰੂ ਹੈ ਵੀ ਮੈਂ ਉੱਥੇ ਨਹੀਂ ਮਤਲਬ ਵਾਪਸ ਲੈਣਾ। ਉਹ ਲੋਕਾਂ ਦਾ ਪ੍ਰੈਸ਼ਰ ਸੀਗਾ, ਵਿਅਕਤੀਗਤ ਪ੍ਰੈਸ਼ਰ ਕਿਸੇ ਨਹੀਂ ਗਾ। ਉਹ ਮਤਲਬ ਭਾਲਦੇ ਹੁੰਦੇ ਵੀ ਯਾਰ ਕਿਸੇ ਰਾਹੀਂ ਗੱਲ ਕਰ ਲਈਏ। ਹੁਣ ਜੇ ਜਥੇਬੰਦੀਆਂ ਨੂੰ ਸਾਥ, ਜਥੇਬੰਦੀਆਂ ਨੇ ਤਾਂ ਹੋਰ ਵੀ ਗੱਲਾਂ ਉੱਤੇ ਖੋਲਣੀਆਂ ਸੀਗੀਆਂ ਵੀ ਤੂੰ ਵਾਅਦੇ ਤਾਂ ਆਹ ਕਰਦਾ ਰਿਹਾ ਕਿ ਹੁਣ ਆਹ ਕੀ ਕਰੀ ਜਾਂਦਾ ਤੂੰ। ਉਹ ਉਸ ਤੋਂ ਮਤਲਬ ਟਾਲਾ ਵੱਟਦੇ ਆ। ਉਹ ਫਿਰ ਭਾਲਦੇ ਰਹਿੰਦੇ, ਕਿਸੇ ਨੂੰ ਹੋਰ ਨੂੰ ਵੀ ਸੱਦ ਸਕਦੇ ਆ, ਸੱਦ ਕੇ ਮਤਲਬ ਵੀ ਉਹਦੇ ਨਾਲ ਗੱਲਬਾਤ ਕਰਕੇ। ਕਿਉਂਕਿ ਹੁਣ ਲੱਖੇ ਨੇ ਕਿਹੜਾ ਉਹਦੇ ਨਾਲ ਮਤਲਬ ਉਹ ਵਿਚਾਰਧਾਰਕ ਫਾਈਟ 'ਚ ਪੈਣਾ ਸੀਗਾ। ਦੂਜਾ ਮਤਲਬ ਉਹਦੇ ਨਾਲ ਮਾੜੀ ਮੋਟੀ ਨੇੜਤਾ ਵੀ ਰਹੀ ਹੈ ਪਹਿਲਾਂ ਲੱਖੇ ਦੀ ਭਗਵੰਤ ਮਾਨ ਨਾਲ। ਫਿਰ ਤਾਂ ਭਾਲਦਾ ਹੀ ਹੁੰਦਾ ਅਗਲਾ ਨਾ ਵੀ ਚਲੋ ਨੇੜਤਾ ਮਤਲਬ ਵੀ ਉੱਥੇ ਸਵਾਲਾਂ ਦਾ ਜਵਾਬ ਦੇਣਾ ਪਊਗਾ, ਸਾਹਮਣਾ ਕਰਨਾ ਪਊਗਾ। ਫਿਰ ਉਹ ਜਿਹਾ ਮਤਲਬ ਸਾਥੀ ਸੱਦ ਲੈਂਦੇ ਬੰਦੇ ਉਹਨਾਂ ਨੂੰ। ਅੱਛਾ, ਇੱਕ ਹੋਰ ਤੁਹਾਡੇ ਏਰੀਏ ਦਾ ਨੌਜਵਾਨ ਲੱਖਾ ਸਧਾਣਾ, ਉਹਨੇ ਬਹੁਤ ਕੰਮ ਕੀਤੇ, ਪਰ ਤੁਸੀਂ ਦੋਸ਼ ਲਾਉਂਦੇ ਰਹੇ ਆ ਕਿ ਇਹਨੇ ਮਤਲਬ ਲੀਡਰਾਂ ਮਗਰ ਲੱਗ ਕੇ ਲੋਕਾਂ ਦੇ ਕਬਜ਼ੇ ਕੀਤੇ, ਹੋਰ ਸਾਰੀਆਂ ਗੱਲਾਂ, ਜਾਂ ਡਾਕਟਰਾਂ ਤੋਂ ਕਮਿਸ਼ਨ ਖਾਂਦੇ ਰਹੇ ਆ। ਉਹਦੇ ਬਾਰੇ ਵੀ ਦੱਸੋ ਜੀ। ਦੇਖੋ ਮਤਲਬ ਮੈਂ ਦੋਸ਼ ਦਾਸ਼ ਤਾਂ ਨਹੀਂ ਲਾਉਂਦਾ ਗਾ ਜੀ, ਕਿਉਂਕਿ ਲੋਕਾਂ ਨੂੰ ਪਤਾ ਹੈ ਜੀ। ਉਹ ਮੈਨੂੰ ਇਹਨੂੰ ਪਤਾ ਮੋਰਚੇ ਤੋਂ ਪਹਿਲਾਂ ਮੇਰੇ ਨਾਲ ਤੂੰ ਮੈਂ ਹੋਈ ਹੈ ਇਹਦੀ ਦੁਕਾਨ ਪਿੱਛੇ। ਦੁਕਾਨ ਇਹ ਰੋਕਣਾ ਚਾਹੁੰਦੇ ਸੀਗੇ। ਆਹ ਜਿਹੜਾ ਦਿੱਲੀ ਦਾ ਮੋਰਚਾ ਨਹੀਂ ਲੱਗਾ, ਇਹ ਤੋਂ 4 ਮਹੀਨੇ ਪਹਿਲਾਂ ਇਹਦੇ ਨਾਲ ਮੇਰੀ ਮਤਲਬ ਇੱਕ ਗਰੀਬ ਲੜਕੀ ਸੀਗੀ ਫਰੀਦਕੋਟ, ਝੁੱਗੀਆਂ ਝੌਪੜੀਆਂ ਵਾਲਿਆਂ ਨੂੰ ਪੜ੍ਹਾਉਂਦੀ ਸੀਗੀ। ਉਹਨੂੰ ਮਤਲਬ ਇਹਨੇ ਬਹੁਤ ਸ਼ਬਦ ਠੀਕ ਨਹੀਂ ਬੋਲੇ ਸੀਗੇ, ਤੂੰ ਫਖੰਡਣ ਹੈ, ਤੂੰ ਫਲਾਨਾ ਹੈ।
ਉਹ ਇੱਕ ਮਤਲਬ ਰਮਦਾਸੀਆ ਸਿੱਖਾਂ ਦੀ ਕੁੜੀ ਸੀ, ਬਹੁਤ ਇੰਟੈਲੀਜੈਂਟ ਕੁੜੀ ਸੀਗੀ। ਉੱਥੇ ਮੈਂ ਮਤਲਬ ਵਾਈਟ ਦਿੱਤੀ ਸੀ, ਉੱਥੇ ਵੀ ਬੋਲਿਆ ਸੀ ਮੈਂ। ਚਲੋ ਚੰਗੀ ਗੱਲ ਕੀਤੀ। ਉਦੋਂ ਬਾਅਦ ਲੱਖਾ ਉਹਦੇ ਖਿਲਾਫ ਬੋਲਿਆ ਵੀ ਨਹੀਂ ਤੇ ਪਿੱਛੇ ਵੀ ਹਟ ਗਿਆ। ਇਹ ਉੱਥੇ ਮਤਲਬ ਇੱਕ ਗਲਤ ਲੋਕ ਸੀਗੇ ਕੁਛ, ਉਹਨਾਂ ਦੀ ਸਪੋਰਟ ਕਰਦਾ ਸੀ, ਬੋਲਿਆ ਵੀ ਨਹੀਂਗਾ ਉਦੋਂ ਬਾਅਦ। ਇਸ ਕਰਕੇ ਮਤਲਬ ਲੱਖੇ ਨਾਲ ਸਾਡਾ ਕੋਈ ਜਾਤੀ ਰੌਲਾ ਥੋੜ੍ਹਾ ਹੀ ਹੈ। ਸਾਡੇ ਮਤਲਬ ਮਤਭੇਦ ਹੈ, ਮਤਭੇਦ ਰਹਿੰਦੇ। ਉਹਦੇ ਵੀ ਮਤਭੇਦ ਸਾਡੇ ਦਿੱਲੀ ਵੀ ਚੱਲਦੇ ਰਹੇ ਆ, ਥੱਲੇ ਵੀ ਚੱਲ ਰਹੇ ਆ। ਦੂਜਾ ਹੁਣ ਜਿਹੜਾ ਕੋਈ ਆ ਦੋਸ਼ ਦਾਸ ਲਾਉਂਦੇ ਆ, ਉਹ ਕੌਣ ਕੀ ਲਾਉਂਦਾ ਕੀ ਨਹੀਂ, ਆਪਾਂ ਇਹਦੇ 'ਚ ਨਾ ਅਸੀਂ ਵਾਦਿਆਂ 'ਚ ਇਹਨਾਂ 'ਚ ਪੈਣਾ ਚਾਹੁੰਦੇ ਹਾਂ। ਠੀਕ ਹੈ, ਜੋ ਮਤਲਬ ਗੱਲ ਹੋਊਗੀ ਉਹ ਅਸੀਂ ਉਹਦੇ ਮੂੰਹ 'ਤੇ ਵੀ ਕਵਾਂਗੇ, ਸਟੇਜ 'ਤੇ ਵੀ ਕਵਾਂਗੇ। ਠੀਕ ਹੈ, ਜਿੰਨਾ ਚਿਰ ਆਪ ਨੂੰ ਖੁਦ ਨਹੀਂ ਇਹਦੀ ਗੱਲ ਦਾ ਪਤਾ, ਖੁਦ ਉਹਦੇ 'ਚ ਵਿਚਰਿਆ ਨਹੀਂਗਾ, ਅਮਲ ਨਹੀਂ ਪਤਾ, ਉਹਨਾਂ ਚਿਰ ਕਿਸੇ 'ਤੇ ਐਵੇਂ ਦੋਸ਼ ਲਾਉਣਾ ਮੈਂ ਨਹੀਂ ਦਰੁਸਤ ਸਮਝਦਾ, ਨਾ ਹੀ ਸਾਡੀ ਜਥੇਬੰਦੀ ਐ ਠੀਕ ਸਮਝਦੀ ਹੈ। ਇਹ ਤਾਂ ਡੱਲੇ ਵਾਲਾ ਸਾਹਿਬ ਹੀ ਆ ਫਿਰ, ਵੀ ਉਹੀ ਬਿਨਾਂ ਹਵਾ 'ਚ ਛੱਡ ਦਿਓ ਗੱਲ। ਕਿਉਂ ਛੱਡੋ ਹਵਾ 'ਚ ਗੱਲ? ਜਿਹੜੀ ਗੱਲ ਠੀਕ ਹੈ ਉਹ ਕੁੜੀ ਵਾਲੀ ਹੈ, ਗੱਲ ਠੀਕ ਹੈ। ਇਹ ਵਾਈਟ ਕਰਕੇ ਆਇਆ ਸੀ, ਮੈਂ ਵੀ ਵਾਈਟ ਕੀਤੀ। ਉਦੋਂ ਬਾਅਦ ਅਸੀਂ ਧਰਨਾ ਲਾਇਆ ਉਹਦੇ ਹੱਕ 'ਚ ਵੀ ਇਹ ਠੀਕ ਹੈ, ਕੁੜੀ ਗਰੀਬ ਬੱਚਿਆਂ ਨੂੰ ਸਿੰਗੀ ਕੱਟਣ ਨੂੰ ਆਪਦੇ ਖਰਚੇ 'ਤੇ ਪੜ੍ਹਾਉਂਦੀ ਹੈ। ਇਹਨਾਂ ਨੂੰ ਐਂ ਸੀ ਵੀ ਇਹ NGO ਤੋਂ ਪਤਾ ਨਹੀਂ ਪੈਸਾ ਪੂਸਾ ਬਾਹਰੋਂ ਆਉਂਦਾ, ਇਹ ਨਹੀਂ ਇਹ ਬੋਲਿਆ ਸੀਗਾ। ਅਸੀਂ ਉਹਦੇ ਫਿਰ ਸਾਰੇ ਖਾਤੇ ਲਏ ਉਹ ਤੋਂ, ਲਿਆ ਮੈਂ ਭਾਈ ਕੁੜੀਏ ਖਾਤਾ ਵਿਖਾ। ਉਹਨੇ ਖਾਤਾ ਵਿਖਾ, ਖਾਤੇ ਦੇ ਵਿੱਚ ਜੂਆ ਉਹਦੇ ਨਾ ਮਾਤਰ ਪੈਸੇ ਜਿਹੜੇ ਮਾੜੇ ਮੋਟੇ ਜੇ ਮਤਲਬ ਐਵੇਂ 35,000 ਪਤਾ ਨਹੀਂ 32,000, ਨਾ ਪਿੱਛੇ ਕੋਈ ਐਂਟਰੀ ਜਾਂ ਕੋਈ ਹੋਰ ਕੁਛ ਨਹੀਂ ਸੀ। ਉਹ ਅਸੀਂ ਫਿਰ ਰੱਦ ਕੀਤੀ ਸੀ ਗੱਲ ਵੀ ਲੱਖੇ ਸਦਾਨੀ ਦੀ ਗੱਲ ਦਰੁਸਤ ਨਹੀਂ, ਗਲਤ ਹੈ। ਉਹ ਅਸੀਂ ਰੱਦ ਕਰਤੀ ਸੀ ਗੱਲ। ਅੱਛਾ, ਇੱਕ ਗੱਲ ਲਾਸਟ ਸਵਾਲ ਹੈ ਜੀ, ਕਿ ਜਿਹੜਾ ਲਗਾਤਾਰ ਸ਼ਹੀਦਾਂ ਨੂੰ ਸ਼ਹੀਦ ਨਾ ਮੰਨਣਾ, ਦੂਜੇ ਪਾਸੇ ਇੱਕ SP ਤੇ ਅਹੁਦੇ 'ਤੇ ਹੋਣਾ, ਉਹਨਾਂ ਵੱਲੋਂ ਇਹ ਕਿਹਾ ਜਾਣਾ ਕਿ ਜਿਵੇਂ ਤੁਸੀਂ ਵੀ ਕਿਹਾ ਕਿ ਉਹਨਾਂ ਨੇ ਮੁਕਾਬਲਾ ਬਣਾਇਆ, ਇੱਕ ਮੈਂਬਰ ਪਾਰਲੀਮੈਂਟ ਨੇ ਹੁਣ ਉਹ ਸਹੁੰ ਚੱਕ ਰਹੇ ਨੇ। ਦੂਜੇ ਪਾਸੇ ਇਸ ਮੁਲਕ ਨੂੰ ਉਹ ਕਹਿੰਦੇ ਵੀ ਆਜ਼ਾਦ ਮੁਲਕ ਨਹੀਂ ਹੈਗਾ, ਤੇ ਤੁਸੀਂ ਵੀ ਕਹਿ ਰਹੇ ਹੋ ਵੀ ਆਜ਼ਾਦ ਮੁਲਕ ਨਹੀਂ ਹੈਗਾ। ਫਿਰ ਤੁਹਾਡਾ ਰੌਲਾ ਕਿੱਥੇ ਪੈਂਦਾ? ਉਹ ਵੀ ਕਹਿ ਰਹੇ ਕਿ ਆਜ਼ਾਦ ਮੁਲਕ ਨਹੀਂ ਹੈਗਾ, ਗੁਲਾਮ ਆ, ਤੁਸੀਂ ਵੀ ਕਹਿ ਰਹੇ ਹੋ ਗੁਲਾਮ ਆ, ਫਿਰ ਰੌਲਾ ਕਿੱਥੇ ਪੈਂਦਾ ਜੀ? ਰੌਲਾ ਲੜਾਈ ਤੇ ਉਹ ਤਾਂ ਉਸ ਸਿਸਟਮ 'ਚ ਫਿੱਟ ਹੋ ਕੇ ਉਹ ਤਾਂ ਸਹੁੰ ਵੀ ਚੁੱਕਿਆ, ਉਸ ਜਿਹਨੂੰ ਕਹਿੰਦਾ ਗੁਲਾਮ ਹੈ ਜਿਹਦੇ ਅਸੀਂ ਹੈ। ਤੇ ਫਿਰ ਹੁਣ ਗੁਲਾਮ ਹੋ ਕੇ ਸਹੁੰ ਚੁੱਕੀ ਆ, ਉੱਥੇ ਸੰਵਿਧਾਨ ਦੀ ਸਹੁੰ ਚੁੱਕ ਕੇ ਆ ਵੀ ਮੈਂ ਹਰ ਭੇਤ ਹਰ ਗੁਪਤ ਗੱਲ ਬਾਹਰ ਨਹੀਂ ਲਿਜਾਊਂਗਾ, ਅੰਦਰ ਹੀ ਰੱਖੂੰਗਾ। ਅਸੀਂ ਕਹਿੰਦੇ ਵੀ ਕਾਹਦੀਆਂ ਗੁਪਤ, ਇਹ ਲਟੇਰਾ ਪ੍ਰਬੰਧ ਹੈ, ਇਹਦੇ ਖਿਲਾਫ ਟੱਕਰ ਲੈ ਕੇ ਲੋਕ ਜਿਵੇਂ ਆ ਸ੍ਰੀਲੰਕਾ 'ਚ ਲੋਕਾਂ ਨੇ ਹੋ ਕੇ ਇਕੱਠੇ ਕਬਜ਼ਾ ਕਰ ਨਹੀਂ ਲਿਆ, ਲੋਕ ਤਾਂ ਐਂ ਕਰਨਗੇ। ਇਹ ਕਿੱਥੇ ਵੋਟਾਂ ਵਾਟਾਂ ਨਾਲ ਕਿਹਨੂੰ ਜਿੱਤਣ ਦਿੰਦੇ? ਪੈਸੇ ਵਾਲੇ ਲੋਕ ਆ, ਅਬਾਨੀ ਵਰਗੇ ਆ, ਜਿਨ੍ਹਾਂ ਕੋਲੇ 72% ਕਾਰਪੋਰੇਟ ਘਰਾਣਿਆਂ ਕੋਲੇ 72% ਪੂੰਜੀ ਹੈ, ਤੇ ਜਿਹੜੇ 100% ਲੋਕ ਆ ਉਹਨਾਂ ਕੋਲੇ 28% ਪੂੰਜੀ ਹੈ। ਉਹ ਲੋਕਾਂ ਨੂੰ ਇਹ ਕਿੱਥੋਂ ਆਉਣ ਦੇ ਦੇਣਗੇ? ਹੈ ਉਹ ਤਾਂ ਲੜਾਈ ਲੜ ਕੇ ਇਹਨਾਂ ਦੇ ਨਾਲ ਟੱਕਰ ਲੈ ਕੇ ਲੋਕਾਂ ਨੂੰ ਇਨਸਾਫ ਦਿੱਤਾ ਜਾ ਸਕਦਾ, ਤਾਂ ਹੀ ਗੁਲਾਮੀ ਦੀਆਂ ਜੰਜੀਰਾਂ ਤੋੜੀਆਂ ਜਾ ਸਕਦੀਆਂ। ਬਿਨਾਂ ਲੜਾਈ ਤੋਂ ਇਤਿਹਾਸ ਵੀ ਗਵਾਹ ਹੈ। ਬਾਬੇ ਨਾਨਕ ਤੋਂ ਲੈ ਲੈ 10ਵੇਂ ਪਾਤਸ਼ਾਹ ਤੱਕ ਲੜਾਈਆਂ ਲੜੀਆਂ ਅਗਲੇ ਨੇ। ਦੱਸ ਦਿਓ ਜੇ ਹੋਰ ਕੋਈ ਉਹਨਾਂ ਨੇ ਕੋਈ ਪੈਂਤੜਾ ਅਪਣਾਇਆ ਤਾਂ। ਹੈ ਇੱਧਰ ਗਦਰੀ ਬਾਬਿਆਂ ਤੋਂ ਲੈ ਕੇ ਭਗਤ ਸਿੰਘ ਤੱਕ ਲੜਾਈਆਂ ਲੜੀਆਂ, ਲੜਾਈਆਂ ਲੜ ਕੇ ਉਹਦੇ ਖਿਲਾਫ ਟੱਕਰ ਲਈ ਹੈ। ਥੋੜ੍ਹੀਆਂ ਜਿੱਤਾਂ ਕਰ ਲਈਆਂ, ਬਾਹਲੀਆਂ ਕਰ ਲਈਆਂ, ਪਰ ਲੜਾਈਆਂ ਲੜੀਆਂ। ਲੜਾਈ ਤੋਂ ਬਿਨਾਂ ਕੋਈ ਹੱਲ ਨਹੀਂ। ਲੋਕਾਂ ਨੂੰ ਮਤਲਬ ਕਿਰਤੀ ਲੋਕਾਂ ਨੂੰ, ਮਿਹਨਤੀ ਲੋਕਾਂ ਨੂੰ, ਨੌਜਵਾਨ ਯੂਥ ਨੂੰ ਵੀ ਸੱਦਾ ਮੈਂ ਦਿੰਦਾ ਕਿ ਜੇ ਉਹਨਾਂ ਦੀ ਮੁਕਤੀ ਚਾਹੁੰਦੇ ਆ ਤਾਂ ਉਹਨਾਂ ਨੂੰ ਇਕੱਠੇ ਹੋਣਾ ਪਊਗਾ। ਨਹੀਂ ਇਹ ਸਿਸਟਮ ਦੇ ਵਿੱਚ ਕੁਛ ਨਹੀਂ ਬੱਟੀ ਦਾ, ਕਿਸੇ ਪਾਸੇ ਤੁਰੇ ਪੈਣ। ਇੱਕ ਵਾਰੀ ਆਮ ਨੂੰ ਲਿਆਓ, ਦੂਜੀ ਵਾਰ ਕੋਈ ਹੋਰ ਪਾਰਟੀ ਬਣ ਜੂਗੀ ਵੀ ਅਸੀਂ ਹੁਣ ਤੁਹਾਡਾ ਸੁਧਾਰ ਕਰਾਂਗੇ। ਇਹ ਸੁਧਾਰ ਤਾਂ ਹੋ ਜਾਣਗੇ ਮਾੜੇ ਮੋਟੇ, ਪਰ ਤੁਹਾਡੀ ਮੁਕਤੀ, ਤੁਹਾਨੂੰ ਰੁਜ਼ਗਾਰ, ਤੁਹਾਡੇ ਘਰ ਦੇ ਚੰਗੀ ਜ਼ਿੰਦਗੀ, ਮਾਣ ਸਤਿਕਾਰ ਦੀ ਜ਼ਿੰਦਗੀ, ਇਹ ਲੜ ਕੇ ਮਿਲੂਗੀ। ਇਹ ਮੇਰਾ ਸੁਨੇਹਾ ਸਾਰੇ ਲੋਕਾਂ ਨੂੰ ਵੀ ਉਹ ਇਕੱਠੇ ਹੋਣ। ਇੱਕ ਇਹ ਗੱਲ ਵੀ ਆਉਂਦੀ ਹੈ ਕਿ ਜਿਹੜਾ ਸਰਕਾਰ ਦਿੱਲੀੋਂ ਚੱਲਦੀ ਹੈ ਜੀ, ਇਹ 'ਚ ਕਿੰਨੀ ਕੁ ਸੱਚਾਈ ਹੈ? ਵਾਕਿਆ ਇਹ ਗੱਲ ਸੱਚ ਆ? ਉਹ ਤਾਂ ਕਹਿ ਰਹੇ ਵੀ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ। ਵੇਖੋ ਸਰਕਾਰਾਂ ਤਾਂ ਸਾਰੀਆਂ ਜਿਹੜੀ ਸੈਂਟਰ ਕਮੇਟੀ ਹੁੰਦੀ ਹੈ ਉਹਦੇ ਮੁਤਾਬਕ ਹੀ ਚੱਲਦੀਆਂ ਹੁੰਦੀਆਂ। ਹੁਣ ਕੇਸਰੀ ਵਾਲਾ ਉਹਨੂੰ ਰਾਏ ਦੇ ਕੇ ਚਲਾਈ ਜਾਂਦਾ, ਪਹਿਲਾਂ ਕਾਂਗਰਸ ਵਾਲੇ ਰਾਹੁਲ ਦੇ ਵਰਗੇ ਚਲਾਈ ਜਾਂਦੇ ਸੀਗੇ। ਮੋਦੀ ਆਪਦੀਆਂ ਸਟੇਟਾਂ ਨੂੰ ਜਿੱਥੇ ਚੱਲਣ ਤਾਂ ਅੰਮ੍ਰਿਤ ਸ਼ਾਹ ਅੱਗੇ ਚਲਾਉਂਦੇ ਆ। ਇਹ ਤਾਂ ਉਹਨਾਂ ਨੇ ਚਲਾਉਣਾ ਹੀ ਆਪਦੇ ਮੁਤਾਬਕ ਹੁੰਦਾ, ਲੋਕਾਂ ਮੁਤਾਬਕ ਥੋੜ੍ਹਾ ਚੱਲਣਾ ਹੁੰਦਾ ਉਹਨਾਂ ਨੇ। ਇਹ ਲੋਕਾਂ ਕੋਈ ਮਤਲਬ ਇਹੋ ਜਿਹਾ ਫੈਸਲਾ ਲੈ ਕੇ ਵੇਖ ਲੈ, ਮਨ ਪਾਣੀ ਵਾਲਾ ਲਵੇ ਫੈਸਲਾ, ਜੇ ਉਹਦੀ ਨਾ ਪੂਛ ਮਰੋੜ ਲੈ ਕੇਸਰੀਵਾਲ ਵੀ ਪਾਣੀ ਦੀ ਬੂੰਦ ਨਹੀਂ ਜਾਣ ਦੂੰਗਾ ਬਾਹਰ ਮੈਂ, ਕਿਉਂਕਿ ਅਸੀਂ ਸਮਝਦੇ ਹਾਂ
ਕਿ ਪੰਜਾਬ ਦੇ ਵਿੱਚ ਜਦੋਂ ਪਾਕਿਸਤਾਨ ਵੱਖਰਾ ਹੋਇਆ 3 ਦਿਨ ਪੰਜਾਬ ਨੂੰ ਦਿੱਤੇ, 3 ਪਾਕਿਸਤਾਨ ਨੂੰ ਦਿੱਤੇ ਅੰਗਰੇਜ਼ਾਂ ਵੇਲੇ ਫੈਸਲਾ ਹੋਇਆ। ਹੁਣ ਮੰਨ ਲਓ ਵੀ ਜਿੱਥੇ ਵੀ ਕੋਈ ਚੀਜ਼ ਪੈਦਾ ਹੁੰਦੀ ਹੈ, ਇੱਥੇ ਜੇ ਕੋਈ ਨੁਕਸਾਨ ਹੋਣਾ, ਹੜ੍ਹ ਹੋਣਾ, ਪੰਜਾਬੀਆਂ ਦਾ ਨੁਕਸਾਨ ਹੋਣਾ ਨਾ, ਬਰਬਾਦ ਫਸਲਾਂ ਇੱਥੋਂ ਦੀਆਂ ਹੋਣੀਆਂ ਨੇ, ਲੋਕ ਇੱਥੋਂ ਮਾਰੇ ਜਾਣੇ। ਤਾਂ ਫਿਰ ਇਹ ਜੇ ਕੁਦਰਤੀ ਜਿਹੜੇ ਮਤਲਬ ਸਾਧਨ ਹੈ ਉਸ ਸਟੇਟ ਦਾ ਉਹਦੇ ਤੇ ਹੱਕ ਹੁੰਦਾ, ਉਹਦੀ ਰਿਐਲਿਟੀ ਕਿਉਂ ਨਹੀਂ ਮਿਲਣੀ ਚਾਹੀਦੀ? ਮੰਨ ਲਓ ਜਿੱਥੇ ਕੋਲਾ ਨਿਕਲਦਾ ਉਹ ਸਾਨੂੰ ਫਰੀ ਦਿੰਦੇ ਆ, ਜਿੱਥੇ ਤੇਲ ਨਿਕਲਦਾ ਉਹ ਸਾਨੂੰ ਫਰੀ ਦਿੰਦੇ ਆ, ਜਿੱਥੇ ਪੱਥਰ ਨਿਕਲਦਾ ਰਾਜਸਥਾਨ ਦੇ ਵਿੱਚੋਂ ਫਰੀ ਦਿੰਦੇ ਆ। ਉੱਥੇ ਕੁਦਰਤੀ ਹੈ ਨਾ, ਉਹ ਸਾਰੇ ਕੁਦਰਤ ਤੇ ਸਾਧਨਾ ਤੇ ਮਤਲਬ ਕਿਹਦਾ ਹੱਕ ਆ? ਉਹ ਸਟੇਟ ਦਾ। ਫਿਰ ਪੰਜਾਬ ਨਾਲ ਵਿਤਕਰਾ ਕਿਉਂ? ਪੰਜਾਬ ਦੇ ਵਿਤਕਰੇ ਬਾਰੇ ਭਗਵੰਤ ਮਾਨ ਦੇ ਕੇ ਵਿਖਾਵੇ ਬਿਆਨ, ਪਤਾ ਲੱਗ ਜੂਗਾ ਵੀ ਇਹ ਕੇਸਰੀਵਾਲ ਚਲਾਉਂਦਾ, ਕੌਣ ਚਲਾਉਂਦਾ। ਇਹ ਵੀ ਸਾਡੀਆਂ ਮੰਗਾਂ ਪਈਆਂ ਵੀ ਸੈਂਟਰ ਲਗਾਤਾਰ ਧੱਕਾ ਕਰ ਰਿਹਾ ਮਤਲਬ ਪੰਜਾਬ ਦੇ ਨਾਲ। ਆਉਣ ਵਾਲੇ ਸਮੇਂ 'ਚ ਪੰਜਾਬ ਨੂੰ ਬੰਜਰ ਬਣਾ ਦੇਣਗੇ ਮਤਲਬ ਜੇ ਜਿਸ ਢੰਗ ਨਾਲ ਇਹ ਪੰਜਾਬ ਤੋਂ ਪਾਣੀ ਖੋਹਣ ਲੱਗੇ ਹੋਏ ਨੇ। ਇਹ ਸਾਰੀਆਂ ਡਿਮਾਂਡਾਂ ਪਈਆਂ ਨਾ, ਇਹ ਡਿਮਾਂਡਾਂ 'ਤੇ ਲੜਾਈਆਂ ਚੱਲਣੀਆਂ। ਮਤਲਬ ਇਹੀ ਫਰਕ ਆ ਦੂਜਿਆਂ ਨਾਲੋਂ ਸਾਡਾ। ਹਾਕਮਾਂ ਨੇ ਆਪਦੀ ਰਾਜਸਤਾ ਦਾ ਆਨੰਦ ਭੋਗਣਾ ਹੈ ਉੱਥੇ ਜਾ ਕੇ, ਅਤੇ ਅਸੀਂ ਲੋਕਾਂ ਨੂੰ ਲਾਭਬੰਦ ਕਰਕੇ ਆਪਦੇ ਹੱਕਾਂ ਦੀ ਜਾਗਰਤ ਕਰਕੇ ਲੜਾਈ ਲੜਨੀ ਹੈ। ਤਾਂ ਇਹ ਸਨ ਭਾਰਤੀ ਕਿਸਾਨ ਯੂਨੀਅਨ ਡਕਾਉਂਦਾ ਜੀ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਜੀ। ਉਹਨਾਂ ਦਾ ਕਹਿਣਾ ਕਿ ਸਾਡੀ ਤਾਂ ਸਰਕਾਰ ਖਿਲਾਫ ਲੜਾਈ ਆ, ਇੱਥੇ ਇਕੱਲੇ ਸਿੱਖ ਨਹੀਂ ਸਾਰੇ ਗੁਲਾਮ ਆ। ਸ਼੍ਰੀ ਮਾਨ ਦਾ ਬਿਆਨ ਇਹ ਨਿਖੇਧੀਯੋਗ ਆ। ਭਗਤ ਸਿੰਘ ਸਾਰਿਆਂ ਦਾ ਸ਼ਹੀਦ ਆ। ਭਗਤ ਸਿੰਘ ਸਮਾਜ ਵਾਸਤੇ ਲੜਿਆ, ਬਰਾਬਰੀ ਵਾਲੇ ਸਮਾਜ ਵਾਸਤੇ ਲੜਿਆ। ਅੱਜ ਵੀ ਬਿਲਕੁਲ ਉਹ ਗੁਲਾਮੀ ਵਾਲੀ ਹਾਲਤ 'ਚ ਮੁਲਕ ਹੈਗਾ ਅਤੇ ਉਹ ਭਗਤ ਸਿੰਘ ਦੇ ਸੁਪਨਿਆਂ ਦਾ ਸਮਾਜ ਲਿਆਉਣ ਲਈ ਲਗਾਤਾਰ ਜਦੋਜਹਿਦ ਕਰ ਰਿਹਾ। ਦੂਜਾ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜਾ ਡੱਲੇਵਾਲ ਸਾਹਿਬ ਅੰਦੋਲਨ ਨੂੰ ਵੇਚਣ ਦੇ ਦੋਸ਼ ਲਾਉਂਦੇ ਆ, ਡੱਲੇਵਾਲ ਸਾਹਿਬ ਸਬੂਤ ਲੈ ਕੇ ਆਉਣ। ਇਹੋ ਜਿਹੀ ਕੋਈ ਗੱਲ ਨਹੀਂ। ਉਹ ਚਿੱਠੀ ਜਿੱਤੇ ਸਾਈਨ ਹੀ ਨਹੀਂ ਹੈਗੇ ਕਿਸੇ ਦੇ, ਉਹ ਚਿੱਠੀ ਬੇਤੁਕੀ ਚਿੱਠੀ ਆ, ਉਹਦਾ ਕੋਈ ਸਿਰ ਪੈਰ ਨਹੀਂ ਹੈਗਾ। ਇੱਦਾਂ ਦੇ ਬਿਆਨਾਂ ਤੋਂ ਮੋਰਚਾ ਖਿੰਡਦਾ, ਲੋਕਾਂ ਦਾ ਜਥੇਬੰਦੀਆਂ ਤੋਂ ਯਕੀਨ ਉੱਠਦਾ। ਇਹ ਗਲਤ ਗੱਲ ਆ। ਇਹੋ ਜਿਹੀਆਂ ਗੱਲਾਂ ਤੋਂ ਗੁਰੇਜ਼ ਕਰਨਾ ਚਾਹੀਦਾ। ਕੈਮਰਾ ਪਰਸਨ ਜਸ ਦੇ ਨਾਲ ਮੈਂ ਮੋਹਨ ਸਿੰਘ ਗੌਲਖ, ਲੋਕ ਆਵਾਜ਼ TV ਲਈ ਧੰਨਵਾਦ।